ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਨੇ? ਠੀਕ ਹੈ ਜੀ, ਚੜ੍ਹਦੀ ਕਲਾ। ਟਾਣਾ ਸਾਹਿਬ, ਮਨ ਬਹੁਤ ਉਦਾਸ ਹੈ। ਬਿਲਕੁਲ, ਸ਼ਨੀਵਾਰ ਤੋਂ ਤਾਂ ਬੇਹੱਦ ਉਦਾਸ ਆ ਜੀ। ਵੈਸੇ ਤਾਂ ਜਦੋਂ ਵੀ ਕਿਸੇ ਦੇ ਉੱਤੇ ਜ਼ੁਲਮ ਹੁੰਦਾ, ਭਾਵੇਂ ਉਹ ਵਪਾਰੀ ਹੋਵੇ, ਭਾਵੇਂ ਉਹ ਬੇਰੁਜ਼ਗਾਰ ਹੋਣ, ਭਾਵੇਂ ਹੱਕ ਮੰਗਦੇ ਹੋਰ ਲੋਕ ਹੋਣ, ਜਿਹੜੇ ਸੜਕਾਂ ਦੇ ਉੱਤੇ ਬੈਠੇ ਆ ਤੇ ਬਿਨਾਂ ਕਸੂਰੋਂ ਉਹਨਾਂ ਦੇ ਉੱਤੇ ਡਾਂਗ ਭਰਾਈ ਜਾਂਦੀ ਆ, ਜਿਨ੍ਹਾਂ ਨੂੰ ਵੱਖ-ਵੱਖ ਨਾਵਾਂ ਦੇ ਤਹਿਤ ਸੰਬੋਧਨ ਕਰਕੇ ਸਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜੋ ਕਰਨਾਲ ਵਾਲੇ ਟੋਲ ਪਲਾਜ਼ੇ ਦੇ ਉੱਤੇ ਅੰਨਾ ਤਸ਼ੱਦਦ ਕੀਤਾ ਪੁਲਿਸ ਨੇ, ਤੇ ਉਹਨੂੰ ਸੁਣ ਕੇ, ਦੇਖ ਕੇ, ਤਸਵੀਰਾਂ, ਲਹੂ ਭਿੱਜੀਆਂ ਤਸਵੀਰਾਂ ਦੇਖ ਕੇ ਤਾਂ ਗੱਚ ਭਰ ਆਉਂਦਾ ਵੀ ਕਸੂਰ ਕੀ ਹੈ ਇਹਨਾਂ ਦਾ। ਸਿਰਫ ਇਹ ਕਸੂਰ ਆ ਵੀ ਹੱਥ ਜੋੜ ਕੇ ਤੁਹਾਡੇ ਕੋਲੇ ਬੇਨਤੀਆਂ ਕਰੀ ਜਾਂਦੇ ਆ ਵੀ ਭਾਈ ਸਾਡੀ ਮੰਗ ਮੰਨ ਲਓ, ਇਹਨਾਂ ਕਾਲੇ ਕਾਨੂੰਨਾਂ ਬਾਰੇ ਕੁਝ ਸੋਚੋ, ਇਹ ਵਾਪਸ ਲੈ ਲਓ। ਤੁਸੀਂ ਸਾਨੂੰ ਕਹੀ ਜਾਂਦੇ ਚਿੱਟੇ ਹਨ, ਇਹ ਕਾਨੂੰਨ ਦੇ ਵਿੱਚ ਨੁਕਸ ਕੋਈ ਨਹੀਂ, ਤੇ ਉੱਤੇ ਸਾਨੂੰ ਹੀ ਕੁੱਟੀ ਜਾਂਦੇ ਆ। ਇਹ ਉਹ ਦਿਨ ਸੀ ਸ਼ਨੀਵਾਰ ਦਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਦੇ ਰਾਹੀਂ ਜਲਿਆਂਵਾਲੇ ਬਾਗ ਦਾ ਉਦਘਾਟਨ ਕਰ ਰਹੇ ਆ। ਜਲਿਆਂਵਾਲੇ ਬਾਗ ਦੇ ਵਿੱਚ ਜੋ ਸਾਕਾ ਵਾਪਰਿਆ 13 ਅਪ੍ਰੈਲ 1919 ਨੂੰ, ਕੱਲੇ ਬੰਦੇ ਨੂੰ, ਬੱਚੇ ਨੂੰ ਚੇਤੇ ਆ ਵੀ ਉੱਥੇ ਅਣਮਨੁੱਖੀ ਵਰਤਾਓ ਹੋਇਆ, ਜਨਰਲ ਡਾਇਰ ਦੇ ਵੱਲੋਂ ਗੋਲੀਆਂ ਚਲਵਾਈਆਂ ਗਈਆਂ, ਬੇਕਸੂਰ ਲੋਕ ਕਿਵੇਂ ਸ਼ਹੀਦ ਹੋਏ ਆ। ਤੇ ਬਿਲਕੁਲ ਉਸੇ ਦਿਨ ਹੀ ਉਧਰਲੇ ਪਾਸੇ ਉਦਘਾਟਨ ਚੱਲ ਰਿਹਾ, ਉਧਰਲੇ ਪਾਸੇ ਖੱਟੜ ਦੀ ਸਰਕਾਰ ਜਨਰਲ ਡਾਇਰ ਵਾਲੀ ਭੂਮਿਕਾ ਅਦਾ ਕਰ ਰਹੀ ਆ ਤੇ ਬੇਕਸੂਰ ਕਿਸਾਨਾਂ ਦੇ ਉੱਤੇ ਅੰਨ੍ਹੇਵਾਹ ਲਾਠੀ ਚਾਰਜ ਕਰਵਾਇਆ ਜਾ ਰਿਹਾ। ਸਮਾਜ ਦੇ ਵਿੱਚੋਂ ਜਨਰਲ ਡਾਇਰ ਮਰੇ ਨਹੀਂ, ਸਾਡੇ ਚੁਣੇ ਹੋਏ ਜਨਰਲ ਡਾਇਰਾਂ ਦੇ ਵੱਲੋਂ ਸਾਨੂੰ ਕਿਵੇਂ ਕੁਚਲਿਆ ਗਿਆ ਸਮੇਂ-ਸਮੇਂ ਤੇ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਅੱਗੋਂ ਖੱਟੜ ਪਤਾ ਕੀ ਕਹਿੰਦਾ ਦੇਖੋ ਜੀ, ਜੇਕਰ ਕਿਸਾਨ ਅੱਗੇ ਵਧਣਗੇ, ਜੇਕਰ ਪੱਥਰ ਮਾਰਨਗੇ, ਜੇਕਰ ਨੁਕਸਾਨ ਕਰਨਗੇ, ਤਾਂ ਪੁਲਿਸ ਨੇ ਵੀ ਤਾਂ ਕਾਨੂੰਨ ਦੇ ਮੁਤਾਬਕ, ਲਾ ਐਂਡ ਆਰਡਰ ਦੇ ਮੁਤਾਬਕ ਆਪਣੀ ਕਾਰਵਾਈ ਕਰਨੀ ਹੀ ਹੋਈ। ਮੈਂ ਨਹੀਂ ਦੇਖਿਆ ਵੀ ਐਸਡੀਐਮ ਆ ਜਿਹੜਾ ਉਹਦੇ ਵੱਲ ਕੋਈ ਪੱਥਰ ਮਾਰਦਾ ਸੀ। ਉਹਨੇ ਪੱਥਰ ਮਾਰਨ ਤੋਂ ਪਹਿਲਾਂ, ਉਧਰ ਆਉਣ ਤੋਂ ਪਹਿਲਾਂ, ਕਿਸਾਨਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਮੀਟਿੰਗ ਕੀਤੀ ਆ। ਜੇ ਉਹਦੇ ਪੱਥਰ ਵੱਜਿਆ ਹੁੰਦਾ, ਖੜਾ ਹੋ ਕੇ ਐਂ ਗੱਲਾਂ ਕਰ ਲੈਂਦਾ। ਬਿਲਕੁਲ ਸਹੀ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜੋ ਖੱਟੜ ਹੋਰਾਂ ਨੇ ਕਿਹਾ ਕਿ ਜੇਕਰ ਕਿਸਾਨ ਆਪਣੇ ਹੱਥ ਦੇ ਵਿੱਚ ਕਾਨੂੰਨ ਨੂੰ ਲੈਣਗੇ ਤਾਂ ਫਿਰ ਮੋਹਰੋਂ ਪੁਲਿਸ ਏਦਾਂ ਹੀ ਕਰੂਗੀ। ਕੀ ਸੰਵਿਧਾਨ ਪੁਲਿਸ ਨੂੰ ਇਹ ਹੱਕ ਦਿੰਦਾ? ਕੀ ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿ ਪੁਲਿਸ ਨਿਹੱਥੇ ਲੋਕਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਬਿਨਾਂ ਕਿਸੇ ਕਸੂਰ ਤੋਂ ਤਸ਼ੱਦਦ ਢਾਉਂਦੀ ਰਹੇ? ਦੇਖੋ, ਸਭ ਤੋਂ ਵੱਡੀ ਚੀਜ਼ ਇਹ ਹੈ, ਸੰਵਿਧਾਨ ਸਾਨੂੰ ਇਹ ਅਧਿਕਾਰ ਜ਼ਰੂਰ ਦਿੰਦਾ ਹੈ ਕਿ ਅਸੀਂ ਸੱਭਿਅਕ ਤਰੀਕੇ ਨਾਲ ਬੋਲ ਕੇ, ਲਿਖ ਕੇ ਅਸੀਂ ਆਜ਼ਾਦ ਹਾਂ ਆਪਣੀ ਗੱਲ ਨੂੰ ਕਹਿਣ ਦੇ ਲਈ। ਅਸੀਂ ਇਹ ਸਾਰਾ ਕੁਝ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਕਰ ਸਕਦੇ ਹਾਂ, ਪਰ ਕਿਤੇ ਵੀ ਇਹ ਨਹੀਂ ਲਿਖਿਆ ਕਿ ਨਿਹੱਥੇ ਲੋਕਾਂ ਦੇ ਉੱਪਰ ਬਿਨਾਂ ਕਿਸੇ ਗੱਲ ਤੋਂ ਤੁਸੀਂ ਤਸ਼ੱਦਦ ਢਾਉਂਦੇ ਰਹੋ। ਸੋ ਖੈਰ, ਇਸ ਮੁੱਦੇ ਦੇ ਉੱਪਰ ਆਪਾਂ ਹੋਰ ਵੀ ਗੱਲਬਾਤ ਟਾਣਾ ਸਾਹਿਬ ਅੱਗੇ ਕਰਾਂਗੇ, ਪਰ ਫਿਲਹਾਲ ਚੱਜ ਦਾ ਦੇਖੋ, ਉਸਤਾਦ ਦਾਮਨ ਸਾਹਿਬ ਦੀਆਂ ਕੁਝ ਕੁ ਸਤਰਾਂ ਮੈਨੂੰ ਚੇਤੇ ਆਈਆਂ ਜੀ। ਪੰਜਾਬੀ ਮਾਂ ਬੋਲੀ ਦੇ ਪ੍ਰਤੀ ਪਿਆਰ ਦੀਆਂ ਪ੍ਰਤੀਕ ਆ। ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਪੰਜਾਬੀ ਮਾਂ ਬੋਲੀ ਦੇ ਲੜ ਲੱਗੋ ਤੇ ਤੁਸੀਂ ਹੋਰ ਜ਼ੁਬਾਨਾਂ ਵੀ ਸਿੱਖੋ, ਰੱਜ ਸਿੱਖੋ, ਪਰ ਆਪਣੀ ਮਾਂ ਬੋਲੀ ਨੂੰ ਦਰਕਾਰੋ ਨਾ, ਆਪਣੀ ਮਾਂ ਬੋਲੀ ਨੂੰ ਪਰੇ ਨਾ ਕਰੋ। ਤੇ ਉਹਨਾਂ ਔਰਤਾਂ ਨੂੰ, ਉਹਨਾਂ ਮਾਪਿਆਂ ਨੂੰ ਵੀ ਬੇਨਤੀ ਹੈ ਜਿਹੜੇ ਇਹ ਗੱਲ ਕਹਿੰਦੇ ਆ ਕਿ ਅਗਰ ਬੇਟਾ ਆਪਨੇ ਪੰਜਾਬੀ बोली ना तो मैं आपके कान खींचूंगी। ਤੇ ਸਕੂਲਾਂ ਵਾਲੇ ਵੀ ਲਿਖਦੇ ਆ ਕਿ ਫਾਈਨ ਦੇਣਾ ਪੜੇਗਾ ਅਗਰ ਆਪਕੇ ਬੱਚੇ ਨੇ ਇੱਕ ਵਰਡ ਵੀ ਪੰਜਾਬੀ का बोला। ਸੋ ਪੰਜਾਬੀ ਦੇ ਹੋ ਕੇ ਰਹੋ। ਜਿਹੜੀ ਬੋਲੀ ਸਾਨੂੰ ਲੋਰੀਆਂ ਤੋਂ ਲੈ ਕੇ ਵੈਣਾ ਤੱਕ ਸਾਡਾ ਸਾਥ ਨਿਭਾਉਂਦੀ ਆ, ਉਸ ਬੋਲੀ ਦੇ ਨਾਲ ਜੁੜੇ ਰਹਿਣਾ ਚਾਹੀਦਾ। ਉਸਤਾਦ ਦਾਮਨ ਸਾਹਿਬ ਨੇ ਲਿਖਿਆ ਕਿ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਜਿਹਦੀ ਗੋਦੀ 'ਚ ਪਲ ਕੇ ਜਵਾਨ ਹੋਇਓ, ਤੂੰ ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ। ਜੇ ਪੰਜਾਬੀ ਹੀ ਕੂਕਣਾਈ, ਜੇ ਪੰਜਾਬੀ ਕੂਕਣਾਈ, ਜਿੱਥੇ ਖੜਾ ਖੜੋਤਾ ਉਹ ਥਾਂ ਛੱਡ ਦੇ। ਮੈਨੂੰ ਇੰਜ ਲੱਗੇ ਇਹ ਲੋਕੀ ਆਖਦੇ ਨੇ ਤੂੰ ਪੁੱਤਰਾ ਲੈਣਾ ਆਪਣੀ ਮਾਂ ਦਾ ਨਾਂ ਛੱਡ ਦੇ। ਵਾਹ, ਕੀ ਬਾਤ। ਇਹ ਉਸਤਾਦ ਦਾਮਨ ਸਾਹਿਬ ਦੀਆਂ ਸਤਰਾਂ ਜੀ, ਜਿਹੜੀਆਂ ਅਸੀਂ ਚੇਤੇ ਦੇ ਵਿੱਚ ਵਸਾ ਕੇ ਘੱਟ ਰੱਖਦੇ ਆ। ਜਿਹੜੇ ਵੀ ਲੋਕ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਆ ਉਹਨਾਂ ਨੂੰ ਸਲਾਮ ਕਰਨੀ ਬਣਦੀ ਆ, ਤੇ ਜਿਹੜੇ ਹੋਰਨਾਂ ਚੱਕਰਾਂ ਦੇ ਵਿੱਚ ਮਾਂ ਬੋਲੀ ਨੂੰ ਖੁੱਡੇ ਲਾਉਣ ਦੀ ਤਿਆਰੀ ਕਰਦੇ ਆ, ਉਹਨਾਂ ਨੂੰ ਮਾੜਾ ਮੋਟਾ ਸਮਝ ਤੋਂ ਕੰਮ ਲੈਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ। ਮੈਂ ਨਾ ਹਮੇਸ਼ਾ ਇਹ ਕੋਸ਼ਿਸ਼ ਕਰਦੀ ਹੁੰਦੀ ਆ ਕਿ ਕਿਉਂਕਿ ਜਿੰਨੀ ਕੁ ਤੁਹਾਡੇ ਨਾਲ ਰਹਿ ਕੇ ਸਿੱਖ ਪਾਈਆਂ, ਉਨੀ ਕੁ ਭਾਸ਼ਾ ਦੀ ਵਰਤੋਂ ਜ਼ਰੂਰ ਕੀਤੀ ਜਾਏ। ਮੈਨੂੰ ਇਸ ਚੀਜ਼ ਦਾ ਅਫਸੋਸ ਹੈ ਕਿ ਬੀਤੇ ਸਮੇਂ ਦੇ ਵਿੱਚ ਮੈਂ ਇੰਨਾ ਧਿਆਨ ਨਹੀਂ ਦਿੱਤਾ, ਪਰ ਇਹਦੇ ਲਈ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਨਾਲ ਰਹਿ ਕੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਬਹੁਤ ਸਾਰੇ ਜਿਹੜੇ ਲਫ਼ਜ਼ ਮੈਂ ਵਿਸਾਰ ਚੁੱਕੀ ਸੀ, ਜਿਹੜੇ ਮੈਨੂੰ ਨਹੀਂ ਸੀ ਚੇਤੇ, ਉਹ ਸਾਰੇ ਹੁਣ ਹੌਲੀ ਹੌਲੀ ਚੇਤੇ ਆ ਰਹੇ ਨੇ। ਔਰ ਹਮੇਸ਼ਾ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਮੈਨੂੰ ਲੱਗਦਾ ਹੈ ਸਭ ਨੂੰ ਚਾਹੀਦੀ ਹੈ,
ਪੰਜਾਬ ਨੂੰ ਕਿ ਜਦੋਂ ਅਸੀਂ ਕਿਤੇ ਏਟੀਐਮ ਵਰਤਦੇ ਹਾਂ, ਜਦੋਂ ਅਸੀਂ ਕਿਤੇ ਇਹੋ ਜਿਹੀ ਥਾਂ ਤੇ ਜਾਂਦੇ ਹਾਂ, ਉੱਥੇ ਜਦੋਂ ਆਉਂਦਾ ਹੈ ਕਿ ਭਾਸ਼ਾ ਦੀ ਚੋਣ ਕਰੋ ਤੇ ਉਹ ਪੰਜਾਬੀ ਹੀ ਚੁਣਿਆ ਕਰੋ, ਕਿਉਂਕਿ ਇਹਦੇ ਨਾਲ ਉਹ ਇੱਕ ਜਿਹੜਾ ਕਹਿ ਲਓ ਕੰਪਿਊਟਰ ਦਾ ਸਿਸਟਮ ਉਹਦੇ ਵਿੱਚ ਫੀਡ ਹੁੰਦਾ ਰਹਿੰਦਾ, ਉਹਦੇ ਵਿੱਚ ਭਰਦਾ ਰਹਿੰਦਾ ਹੈ ਕਿ ਕਿੰਨੇ ਲੋਕਾਂ ਨੇ ਕਿਹੜੀ ਭਾਸ਼ਾ ਚੁਣੀ। ਬਿਲਕੁਲ ਸਹੀ। ਸੋ ਆਪਣੇ ਜਿਹੜੇ ਤੁਹਾਡੇ ਹਸਤਾਖਰ ਨੇ ਉਹ ਪੰਜਾਬੀ ਚ ਕਰਨੇ ਸ਼ੁਰੂ ਕਰੋ, ਉੱਥੇ ਜਾ ਕੇ ਇਹੋ ਜਿਹੀਆਂ ਥਾਵਾਂ ਤੇ ਪੰਜਾਬੀ ਭਾਸ਼ਾ ਦੀ ਚੋਣ ਕਰੋ, ਇਹਦੇ ਨਾਲ ਵੀ ਬਹੁਤ ਜ਼ਿਆਦਾ ਫਰਕ ਪਊਗਾ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਸਾਂਝਾ ਕਰੀਏ। कहते हिंदी दे विच है, कहते कोई ऐसे ही नहीं गैरों से गहरा रिश्ता बना लेता, कोई ऐसे ही नहीं गैरों से गहरा रिश्ता बना लेता, कोई खालीपन अपनों ने भी दिया तो होगा। बहुत खूब, बहुत खूब, क्या बात है। हिंदी भी सीखो, अंग्रेजी भी सीखो, ਸਾਰੀਆਂ ਜ਼ੁਬਾਨਾਂ ਸਿੱਖੋ, ਪਰ ਆਪਣੀ ਮਾਂ ਬੋਲੀ ਨੂੰ ਬਿਲਕੁਲ ਨਾ ਵਿਸਾਰੋ। ਤੇ ਹਿੰਦੀ ਦੇ ਵਿੱਚ ਜਿਹੜਾ ਤੁਸੀਂ ਸ਼ੇਅਰ ਪੇਸ਼ ਕੀਤਾ ਬਾਖਮਾਲ ਆ ਜੀ। ਆਪਾਂ ਅਕਸਰ ਕਹਿੰਦੇ ਆ ਨਾ ਵੀ ਸਕਿਆਂ ਨਾਲੋਂ ਕਿਹੜਾ ਸੱਕ ਲਾਉਣੇ ਆ, ਵੀ ਅੱਜ ਸਕੇ ਨਹੀਂ ਹੁੰਦੇ, ਗੈਰ ਜਿਹੜੇ ਨੇ ਉਹ ਸਾਡੇ ਆਪਣੇ ਹੋ ਜਾਂਦੇ ਨੇ, ਪਰ ਇਹ ਗੈਰ ਤਾਂ ਹੀ ਆਪਣੇ ਹੁੰਦੇ ਨੇ ਕਿ ਉਹ ਜਿਹੜਾ ਖਾਲੀਪਨ ਆਪਣਿਆਂ ਨੇ ਦਿੱਤਾ ਹੁੰਦਾ ਨਾ ਉਹਨੂੰ ਫਿਰ ਇਹ ਗੈਰ ਹੀ ਭਰਦੇ ਨੇ। ਬਿਲਕੁਲ ਸਹੀ। ਟਾਣਾ ਸਾਹਿਬ, ਕਰਨਾਲ ਦੀ ਗੱਲ ਹੁਣ ਆਪਾਂ ਅੱਗੇ ਮੁਕੰਮਲ ਕਰਦੇ ਹਾਂ। ਐਸਡੀਐਮ ਦੀ ਵੀਡੀਓ ਬਹੁਤ ਜ਼ਿਆਦਾ ਅੱਗੇ ਤੋਂ ਅੱਗੇ ਫੈਲ ਰਹੀ ਹੈ। ਮੈਂ ਇਸ ਗੱਲ ਦੇ ਉੱਤੇ ਹੈਰਾਨ ਹਾਂ ਹਰਮਨ ਜੀ, ਵੀ ਜਿਹੜੇ ਇਹ 3 ਖੇਤੀ ਕਾਨੂੰਨ ਆ ਨਾ, ਇਹਨਾਂ ਦੇ ਵਿੱਚੋਂ ਇੱਕ ਦੇ ਵਿੱਚ ਇਹ ਗੱਲ ਘਰੋੜ ਕੇ ਲਿਖੀ ਹੋਈ ਆ ਵੀ ਜੇਕਰ ਕਿਸਾਨ ਤੇ ਸੰਬੰਧਿਤ ਕੰਪਨੀ ਦਾ ਆਪਸ ਦੇ ਵਿੱਚ ਕੋਈ ਮਤਭੇਦ ਪੈਦਾ ਹੁੰਦਾ, ਜੇਕਰ ਕਿਸੇ ਵੀ ਕਿਸਮ ਦਾ ਕੋਈ ਰੌਲਾ ਪੈਦਾ ਹੁੰਦਾ, ਤਾਂ ਫਿਰ ਐਸਡੀਐਮ ਦੇ ਵੱਲੋਂ ਇਸ ਮਸਲੇ ਨੂੰ ਸੁਲਝਾਇਆ ਜਾਊਗਾ। ਆ ਐਸਡੀਐਮ ਦੀ ਕਰਤੂਤ ਸਾਹਮਣੇ ਆ ਗਿਆ। ਇਹ ਇਦਾਂ ਸੁਲਝਾਉਣਗੇ। ਇਹ ਤਾਂ ਸਾਨੂੰ ਇੱਕ ਫਿਲਮ ਦਾ ਟ੍ਰੇਲਰ ਮਿਲਿਆ ਅਸਲ ਦੇ ਵਿੱਚ, ਇਹ ਤਾਂ ਵੇਲੇ ਤੋਂ ਪਹਿਲਾਂ ਵਾਲੀ ਗੱਲ ਹੋਈ ਆ। ਅਸਲ ਦੇ ਵਿੱਚ ਬਾਅਦ ਦੇ ਵਿੱਚ ਵੀ ਸ਼ਾਇਦ ਇਹੀ ਕੁਝ ਹੋਣਾ। ਜੇ ਇਹ ਤਿੰਨੇ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਨਾ, ਤਾਂ ਜਿਹੜੇ ਆਯੂਸ਼ ਸਿਨਹਾ ਵਰਗੇ ਐਸਡੀਐਮ ਆ, ਉਹਨਾਂ ਨੇ ਤਾਂ ਕੰਪਨੀ ਵਾਲਿਆਂ ਨੂੰ ਸ਼ਾਇਦ ਇਹੀ ਗੱਲ ਕਹਿਣੀ ਵੀ ਕਿਸਾਨਾਂ ਦੇ ਸਿਰ ਪਾੜ ਦਿਓ, ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਖੇਤੀ ਕੀਤੀ ਜਾ ਰਹੀ ਆ ਉਹਨਾਂ ਦੇ ਸਿਰ ਭੰਨ ਦਿਓ। ਕੋਈ ਅੱਗੇ ਨਹੀਂ ਵਧਣਾ ਚਾਹੀਦਾ, ਕੋਈ ਮੇਰੇ ਕੋਲੇ ਨਹੀਂ ਆਉਣਾ ਚਾਹੀਦਾ। ਇਸ ਬੰਦੇ ਨੂੰ ਇਸ ਗੱਲ ਦਾ ਫਿਕਰ ਆ ਕਿ ਮੈਂ 2 ਰਾਤ ਸੇ ਸੋਇਆ ਨਹੀਂ। ਪਰ ਜਿਹੜੇ ਕਿਸਾਨ ਆ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਦੇ ਆ, ਜਿਹੜੇ ਪੋਹ ਮਾਘ ਦੀਆਂ ਠਾਰੀਆਂ ਦੇ ਵਿੱਚ ਅੱਧੀ ਰਾਤ ਨੂੰ ਪਾਣੀ ਲਾਉਣ ਉੱਠਦੇ ਆ, ਤੇ ਉਹਨਾਂ ਦਾ ਕੌਣ ਦੇਣ ਦੇਊਗਾ? ਤੈਨੂੰ 2 ਰਾਤਾਂ ਜਾਗਣਾ ਪੈ ਗਿਆ ਤਾਂ ਤੈਨੂੰ ਦੁੱਖ ਹੋਇਆ, ਤੁਸੀਂ ਕਿਹਾ ਵੀ ਸਿਰ ਪਾੜ ਦਿਓ। ਤੇ ਉਹ ਬੰਦੇ ਜਿਨ੍ਹਾਂ ਦੀਆਂ ਜ਼ਮੀਨਾਂ ਵਿਕੀ ਜਾਂਦੀਆਂ, ਦਿਨ ਰਾਤ ਜਾਗਦੇ ਆ, ਮਿੱਟੀ ਨਾਲ ਮਿੱਟੀ ਹੁੰਦੇ ਆ, ਅਖੀਰ ਦੇ ਉੱਤੇ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ, ਕਦੇ ਕੁਦਰਤ ਦੀ ਕਰੋਪੀ ਆ ਜਾਂਦੀ ਆ, ਉਹ ਕਿਹਦੇ ਕੋਲੇ ਜਾਣ? ਉਹ ਕਿਹਦਾ ਸਿਰ ਪਾੜਨ? ਜੀ 2 ਰਾਤਾਂ ਦਾ ਦੁੱਖ ਤਾਂ ਹੈ। 9 ਮਹੀਨਿਆਂ ਤੋਂ ਜਿਹੜੇ ਕਿਸਾਨ ਸੜਕਾਂ ਨੂੰ ਆਪਣਾ ਘਰ ਬਣਾਈ ਬੈਠੇ ਨੇ, ਉਹਨਾਂ ਦੇ ਦੁੱਖ ਨਹੀਂ ਤੁਸੀਂ ਸਮਝ ਸਕਦੇ, ਉਹਨਾਂ ਦੀ ਗੱਲ ਨਹੀਂ ਤੁਸੀਂ ਕਰ ਸਕਦੇ। ਸਭ ਤੋਂ ਵੱਡਾ ਸਵਾਲ ਇਹ ਹੈ ਟਾਣਾ ਸਾਹਿਬ ਕਿ ਜਦੋਂ ਕੋਈ ਕਿਸੇ ਨੂੰ ਧਮਕੀ ਦਿੰਦਾ ਹੈ ਤਾਂ ਉਹਦੇ ਉੱਪਰ ਵੀ ਕਾਨੂੰਨੀ ਕਾਰਵਾਈ ਹੁੰਦੀ ਹੈ। ਕਾਨੂੰਨ ਕਹਿੰਦਾ ਹੈ ਕਿ ਇਹਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ। ਐਸਡੀਐਮ ਸ਼ਰੇਆਮ ਇਹ ਗੱਲ ਕਹਿ ਰਿਹਾ ਕਿ ਇਹਨਾਂ ਦੇ ਸਿਰ ਖੋਲ ਦਿਓ, ਇਹਨਾਂ ਦੇ ਸਿਰ ਫੋੜ ਦਿਓ। ਉਸ ਤੋਂ ਬਾਅਦ ਵਿੱਚ ਸਾਰੀ ਕਾਰਵਾਈ ਵੀ ਹੁੰਦੀ ਹੈ ਔਰ ਇੱਕ ਕਿਸਾਨ ਸ਼ਹੀਦ ਵੀ ਹੋ ਜਾਂਦਾ ਹੈ। ਕਿ ਇਹ ਅਟੈਂਪਟ ਟੂ ਮਰਡਰ ਨਹੀਂ? ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਐਸਡੀਐਮ ਦੇ ਉੱਤੇ ਤਾਂ ਪਤਾ ਨਹੀਂ ਕਿਹੋ ਜੀ ਕਾਰਵਾਈ ਹੋਣੀ, ਕਿਹੋ ਜੀ ਨਹੀਂ, ਕਿਉਂਕਿ ਸਰਕਾਰ ਨੇ ਇਹਨੂੰ ਬਚਾਉਣਾ। ਆਮ ਤੌਰ ਦੇ ਉੱਤੇ ਇਹੋ ਜਿਹੇ ਮੌਕੇ ਤੇ ਕੀ ਹੁੰਦਾ, ਲੋਕਾਂ ਨੂੰ ਠੰਡੇ ਕਰਨ ਦੇ ਲਈ ਇਹਦੀ ਬਦਲੀ ਕਰ ਦਿਓ, ਇਹਨੂੰ ਕੁਝ ਕੁ ਦੇਰ ਦੇ ਲਈ ਸਸਪੈਂਡ ਕਰ ਦਿਓ, ਇਹਨੂੰ ਕੋਈ ਨਾ ਕੋਈ ਮਾੜੀ ਮੋਟੀ ਹੋਰ ਸਜ਼ਾ ਦੇ ਦਿਓ ਕਿ ਭਾਈ ਤੂੰ ਗਲਤ ਕੀਤਾ। ਚਾਹੀਦਾ ਇਹ ਆ ਕਿ ਇਹੋ ਜਿਹੇ ਲੋਕਾਂ ਦੇ ਉੱਤੇ ਇਰਾਦਾ ਕਤਲ ਦੇ ਪਰਚੇ ਦਰਜ ਹੋਣ, ਕਿਉਂਕਿ ਸਮੂਹਕ ਤੌਰ ਦੇ ਉੱਤੇ ਕਤਲੇਆਮ ਦੇ ਲਈ ਉਕਸਾਇਆ। ਇਹਨੇ ਇਹ ਗੱਲ ਕਹੀ ਹੈ ਵੀ ਭੰਨ ਦਿਓ ਸਰ ਜਿਨ੍ਹਾਂ ਦੇ ਭੰਨ ਸਕਦੇ ਆ। ਸੋ ਇਹਨਾਂ ਲੋਕਾਂ ਦੇ ਉੱਤੇ ਸਖਤ ਕਾਰਵਾਈ ਕਰਨੀ ਕਿਸੇ ਨੇ ਨਹੀਂ, ਕਿਉਂਕਿ ਜਿੰਨਾ ਚਿਰ ਪਿੱਛੋਂ ਹੁਕਮ ਨਾ ਹੋਣ ਉਨੀ ਦੇਰ ਤੱਕ ਕੋਈ ਵੀ ਬੰਦਾ ਆਪਣੀ ਮਰਜ਼ੀ ਮੁਤਾਬਕ ਕੁਝ ਨਹੀਂ ਕਰ ਸਕਦਾ। ਜਲਿਆਂਵਾਲੇ ਬਾਗ ਦੇ ਵਿੱਚ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਉਹਨਾਂ ਨੂੰ ਡਾਇਰ ਦਾ ਹੁਕਮ ਸੀ, ਉਹਨਾਂ ਨੇ ਤਾਂ ਚਲਾਈਆਂ, ਉਹਨਾਂ ਨੇ ਆਪਣੀ ਮਰਜ਼ੀ ਨਾਲ ਥੋੜੀ ਚਲਾਈਆਂ। ਇੱਥੇ ਵੀ ਜਿਹਨੇ ਕਿਹਾ ਉਹ ਬੰਦਾ ਕੌਣ ਆ? ਜਨਰਲ ਡਾਇਰ ਹੀ ਆ, ਉਹ ਵੀ ਜਨਰਲ ਡਾਇਰ ਆ। ਤੇ ਮੂਹਰੇ ਇਹ ਖੜੇ ਕੀਤੇ ਹੋਏ ਆ ਜਿਹੜੇ ਇਹ ਗੱਲ ਕਹਿੰਦੇ ਵੀ ਅੱਗੇ ਹੀ ਨਹੀਂ ਵਧਣ ਦੇਣਾ, ਸਰ ਕੋ ਫੋੜ ਦੋ। ਇਹ ਗੱਲਾਂ ਚੱਲਦੀਆਂ, ਦੁੱਖ ਹੁੰਦਾ। ਇਹ ਮਹਿੰਦਰ ਤਾਊ ਆ ਹਰਿਆਣੇ ਦੇ ਵਿੱਚ, ਜੋ ਅਸੀਂ ਲਹੂ ਭਿੱਜੀ ਫੋਟੋ ਵੇਖੀ ਆ, ਇੱਕ ਬਜ਼ੁਰਗ ਦੇ ਜਿਹੜੇ ਕੱਪੜੇ ਆ, ਲੀੜੇ ਜਿਹੜੇ ਉਹ ਬਿਲਕੁਲ ਖੂਨ ਦੇ ਨਾਲ ਲਥਪਥ ਹੋਏ ਵੇ ਆ, ਉਹਦੇ ਸਿਰ ਦੇ ਵਿੱਚੋਂ ਵੀ ਖੂਨ ਵਗਦਾ। ਬੜੀ ਉਹ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਉਹਦਾ ਨਾਂ ਹੈਗਾ ਤਾਊ ਮਹਿੰਦਰ। ਉਹ ਤੇ ਉਹਦਾ ਭਰਾ ਜਿਹੜਾ, ਦੋਵੇਂ ਜਾਣੇ ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਥਾਵਾਂ ਦੇ ਉੱਤੇ ਧਰਨਿਆਂ ਦੇ ਵਿੱਚ ਜਾ ਰਹੇ ਆ। ਤਾਊ ਮਹਿੰਦਰ ਦੇ ਕੋਲੇ ਸਿਰਫ 1.5 ਏਕੜ ਜ਼ਮੀਨ ਆ। ਲੰਮਾ ਸਮਾਂ ਪਹਿਲਾਂ ਉਹ ਦਿੱਲੀ ਦੇ ਬਾਰਡਰ ਤੇ ਬੈਠਾ ਰਿਹਾ, ਹੁਣ ਉਹ ਕਰਨਾਲ ਦੇ ਵਿੱਚ ਇਸ ਵੇਲੇ ਸ਼ਾਂਤਮਈ ਪ੍ਰਦਰਸ਼ਨ ਦੇ ਵਿੱਚ ਸੀਗਾ, ਤੇ ਪੁਲਿਸ ਆਈ, ਉਹਦੇ ਭਰਾ ਦਾ ਕੁੱਟ-ਕਟਾਪਾ ਕਰਨ ਲੱਗ ਪਈ। ਉਹਨੇ ਆਪਦੇ ਭਰਾ ਨੂੰ ਛਡਵਾਉਣਾ ਚਾਹਿਆ, ਪੁਲਿਸ ਨੇ ਫੜ ਕੇ ਉਹਨੂੰ ਢਾ ਲਿਆ। ਭਰਾ ਦੇ 8 ਟੰਕੇ ਲੱਗੇ ਆ ਤੇ ਤਾਊ ਮਹਿੰਦਰ ਦੇ 12 ਟੰਕੇ ਲੱਗੇ ਆ। ਜੀ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਆ?
ਕੋਈ ਨਹੀਂ ਹੁਣ ਬੋਲੂਗਾ। ਕੀ ਜੇ ਇਹੀ ਗੱਲ ਕਿਸਾਨਾਂ ਨੇ ਕਹੀ ਹੁੰਦੀ, ਜੇ ਕਿਸੇ ਕਿਸਾਨ ਆਗੂ ਦੇ ਮੂੰਹੋਂ ਇਹ ਗੱਲ ਨਿਕਲੀ ਹੁੰਦੀ, ਕਿ ਉਹਦੇ ਉੱਪਰ ਕਾਰਵਾਈ ਨਾ ਆ ਹੁੰਦੀ? ਗੋਦੀ ਮੀਡੀਆ ਨੇ ਨਾ ਡੌਂਡੀ ਪਿੱਟ ਲੈਣੀ ਸੀ ਜੀ। ਉਹ ਭਾਵੇਂ ਇੱਥੇ ਅੰਜਨਾ ਓਮ ਕਸ਼ਪ ਦੀ ਗੱਲ ਕਰਗੇ ਤੇ ਭਾਵੇਂ ਕਿਸੇ ਹੋਰ ਦੀ। ਕਿਸਾਨ ਤੋਂ ਵਿਗੜ ਗਏ, ਕਿਸਾਨ ਤੋਂ ਗੁੰਡੇ ਬਣ ਗਏ। ਹੁਣ ਕਹੋ ਖੱਟੜ ਦੀ ਸਰਕਾਰ ਗੁੰਡਿਆਂ ਵਾਲੇ ਕੰਮ ਕਰਦੀ ਜੀ, ਹੈ। ਤੇ ਮੁੜ ਕੇ ਰਿਵਾਈਂਡ ਕਰ ਕਰਕੇ ਸੁਣਾਉਣਾ ਸੀ, ਧਿਆਨ ਸੇ ਸੁਣੀਏ, ਧਿਆਨ ਸੇ ਸੁਣੀਏ। ਹੁਣ ਕਿੱਥੇ ਸੌਂਗੇ ਤੁਸੀਂ? ਤੁਹਾਡੇ ਮੂੰਹ ਦੇ ਵਿੱਚ ਹੁਣ ਕੀ ਮਤਲਬ ਘੁੰਗਣੀਆਂ ਪਾਈਆਂ ਹੋਈਆਂ ਵੀ ਤੁਸੀਂ ਬੋਲਦੇ ਹੀ ਹੈ ਨਹੀਂ, ਤੁਹਾਡੇ ਕੋਲ ਹੁਣ ਗੱਲ ਹੀ ਹੈ ਨਹੀਂ। ਜਦੋਂ ਕੋਈ ਕਿਸਾਨ ਆਗੂ ਕਿਸੇ ਬਾਰੇ ਕੁਝ ਕਹਿੰਦਾ ਉਦੋਂ ਤੁਹਾਨੂੰ ਬਹੁਤ ਤਾ ਚੜਦਾ ਵੀ ਇਹ ਐ ਕਿਵੇਂ ਕਹਿ ਸਕਦੇ ਨੇ, ਐ ਕਿਵੇਂ ਕਹਿ ਗਏ। ਤੇ ਜਦੋਂ ਹੁਣ ਕਿਸਾਨਾਂ ਦੇ ਉੱਪਰ ਤਸ਼ੱਦਦ ਢਾਇਆ ਜਾ ਰਿਹਾ ਉਦੋਂ ਤੁਸੀਂ ਸਾਰੇ ਚੁੱਪ ਕਰਕੇ ਮੈਂ ਬਹਿ ਨਾ ਗਏ। ਹੁਣੇ ਇੱਕ ਰਿਪੋਰਟ ਪੜ੍ਹ ਕੇ ਹਟਿਆ, ਜਿਹੜਾ ਇਹ ਆਯੂਸ਼ ਸੀ ਨਾ ਐਸਡੀਐਮ ਆ ਜੀ। ਇਹਦੇ ਕੋਲੇ ਕਿੰਨੀ ਜਾਇਦਾਦ ਕਿੱਥੇ ਆ, ਇਹਨੂੰ ਕਿੰਨਾ ਕਿੱਥੋਂ ਕਿਰਾਇਆ ਆਉਂਦਾ। ਲੱਖਾਂ ਰੁਪਈਆ ਇਹਨੂੰ ਤਾਂ ਕਿਰਾਇਆ ਆਉਂਦਾ। ਨੌਕਰੀ ਦੇ ਵਿੱਚੋਂ ਇਹਦੇ ਵੱਖਰੇ ਆਉਂਦੇ ਆ। ਇਹਦੇ ਟੱਬਰ ਦੇ ਸਾਰੇ ਜੀ ਆ ਜਿਹੜੇ ਉਹ ਕਲਾਸ 1 ਪਹਿਲਾ ਦਰਜਾ ਅਫਸਰ ਹੈਗੇ ਆ, ਕੋਈ ਸਾਬਕਾ ਕੋਈ ਵਰਤਮਾਨ ਆ। ਭਾਈ ਤੁਹਾਡੇ ਘਰ ਦੇ ਵਿੱਚ ਤਾਂ ਹਰ ਮਹੀਨੇ 10 20 25 ਲੱਖ ਰੁਪਈਆ ਆਉਂਦਾ। ਇਹ ਕਿਸਾਨ ਤਾਂ ਉਹ ਆ ਜਿਹੜੇ 2.5 ਕਿੱਲੇ ਜ਼ਮੀਨ ਦੇ ਮਾਲਕ ਆ, ਕੋਈ 5 ਕਿੱਲੇ, ਕੋਈ 2 ਕਿੱਲੇ, ਕੋਈ 7 ਕਿੱਲੇ ਦਾ। ਇਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ 6 ਮਹੀਨੇ ਬਾਅਦ ਸਾਡੇ ਘਰੇ ਕੀ ਆਉਣਾ। ਇਸ ਕਰਕੇ ਤੁਹਾਡੇ ਸਿਰ ਨੂੰ ਪਾਵਰ, ਤਾਕਤ ਆ ਜਿਹੜੀ ਤੇ ਪੈਸਾ ਜਿਹੜਾ ਚੜਿਆ, ਮਾੜਾ ਮੋਟਾ ਰੱਬ ਦਾ ਵਾਸਤਾ ਵੀ ਧਿਆਨ ਦਿਓ। ਮਨੁੱਖ ਹੋਣ ਦਾ ਫਰਜ਼ ਵੀ ਨਿਭਾਉਣਾ ਚਾਹੀਦਾ ਜੀ। ਹਰਮਨ ਜੀ, ਆਪਾਂ ਗੱਲ ਕਰਦੇ ਸੀਗੇ ਤਾਊ ਮਹਿੰਦਰ ਦੀ। ਹੋਰ ਦੇਖੋ ਪੁਲਿਸ ਦੀ ਕਰਤੂਤ ਇੱਕ ਨਵੀਂ ਆਈ ਸਾਹਮਣੇ। ਜਿੱਥੇ ਉਹਦੇ ਡਾਂਗਾ ਪੈ ਰਹੀਆਂ ਸੀ, ਖੂਨ ਦੇ ਨਾਲ ਸਾਰਾ ਪਿੰਡਾ ਲਥਪਥ ਹੋ ਗਿਆ। ਧਰਤੀ ਜਿੱਥੇ ਉਹ ਬੈਠਾ ਸੀਗਾ ਡਿੱਗਿਆ ਪਿਆ ਸੀਗਾ, ਉੱਥੇ ਸਾਰਾ ਧਰਤੀ ਹੈ ਜਿਹੜੀ ਉਹ ਲਾਲ ਹੋ ਗਈ। ਤਾਂ ਪੁਲਿਸ ਨੇ ਕਾਲੀ ਉੱਥੇ ਪਾਣੀ ਵਹਾ ਕੇ ਨਾ ਤੇ ਖੂਨ ਪਰੇ ਕਰਨ ਦੀ ਕੋਸ਼ਿਸ਼ ਕੀਤੀ ਵੀ ਮੁੱਦਾ ਹੀ ਗਾਇਬ ਕਰ ਦਈਏ। ਇੱਕ ਇੱਥੇ ਮੁੰਡਾ ਹੈਗਾ ਗੁਰਜੰਟ ਸਿੰਘ ਜੀ। ਇਹ ਗੁਰਜੰਟ ਸਿੰਘ ਆ ਜਿਹੜਾ, ਇਹ ਵੀ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਂਤਮਈ ਯੋਗਦਾਨ ਪਾ ਰਿਹਾ। ਜਦੋਂ ਇੱਕ ਬਜ਼ੁਰਗ ਦੇ ਉੱਤੇ ਡਾਂਗ ਫੇਰਨ ਲੱਗੀ ਪੁਲਿਸ, ਇਹ ਭੱਜ ਕੇ ਉਸ ਬਜ਼ੁਰਗ ਦੇ ਉੱਤੇ ਲੰਮਾ ਪੈ ਗਿਆ। ਫਿਰ ਪੁਲਿਸ ਨੇ ਉਹਦੇ ਨਾਲ ਉਹ ਸਲੂਕ ਕੀਤਾ ਵੀ ਜਿਹੜਾ ਸ਼ਬਦਾਂ ਦੇ ਰਾਹੀਂ ਜੇਕਰ ਅਸੀਂ ਬਿਆਨ ਕਰਦੇ ਸ਼ਾਇਦ ਵਿੱਚੋਂ ਗੱਲ ਸਮਝ ਨਾ ਲੱਗੇ। ਉਹਦੀ ਅੱਖ ਦੀ ਰੋਸ਼ਨੀ ਚਲੀ ਗਈ ਆ, ਉਹਦੀ ਪਿੱਠ ਦੇ ਉੱਤੇ ਇੰਨੀਆਂ ਕੁ ਡਾਂਗਾਂ ਵੱਜੀਆਂ, ਪਰ ਉਹਨੇ ਬਜ਼ੁਰਗ ਨੂੰ ਬਚਾਉਣ ਦੇ ਵਿੱਚ ਸਫਲਤਾ ਹਾਸਲ ਕਰ ਲਈ ਹੈ। ਇਹੋ ਜਿਹਾ ਕੁਝ ਉੱਥੇ ਕੀਤਾ ਗਿਆ। ਇੱਕ ਹੋਰ ਉੱਥੇ ਬਜ਼ੁਰਗ ਆ ਜਿਹਦੇ ਹੁਣ ਤੱਕ ਪਤਾ ਲੱਗਾ 32 ਟੰਕੇ ਲੱਗੇ, 32 ਟੰਕੇ। ਟਾਣਾ ਸਾਹਿਬ, ਸ਼ਬਦ ਖਤਮ ਹੋ ਜਾਂਦੇ ਨੇ। ਤੁਸੀਂ ਕਿੰਨਾ ਸ਼ਬਦਾਂ ਦੇ ਨਾਲ ਨਿੰਦਾ ਕਰੋ, ਤੁਸੀਂ ਕਿੰਨਾ ਸ਼ਬਦਾਂ ਨਾਲ ਇਹਨਾਂ ਨੂੰ ਸਵਾਲ ਕਰੋ, ਤੁਸੀਂ ਕਿਹੜੇ ਸ਼ਬਦਾਂ ਨਾਲ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਕੁਝ ਸਮਝ ਨਹੀਂ ਆਉਂਦਾ। ਤੁਸੀਂ ਇੱਕ ਪਾਸੇ ਕਹਿੰਦੇ ਹੋ ਲੋਕਾਂ ਦੀ ਸਰਕਾਰ, ਲੋਕਾਂ ਵੱਲੋਂ ਚੁਣੀ ਹੋਈ ਸਰਕਾਰ, ਤੇ ਜੇ ਲੋਕਾਂ ਦੀ ਚੁਣੀ ਸਰਕਾਰ ਹੈ, ਲੋਕਾਂ ਦੀ ਸਰਕਾਰ ਹੈ, ਤੇ ਕੀ ਉਹ ਲੋਕਾਂ ਨਾਲ ਆਹ ਵਤੀਰਾ ਕਰੂਗੀ? ਅੱਜ ਜੇਕਰ ਸਾਡਾ ਕਸੂਰ ਕਿ ਅਸੀਂ ਵੋਟਾਂ ਪਾਈਆਂ, ਸਾਡਾ ਕਸੂਰ ਕਿ ਅਸੀਂ ਆਮ ਲੋਕ ਆ, ਸਾਡਾ ਕਸੂਰ ਕਿ ਅਸੀਂ ਆਮ ਘਰਾਂ ਦੇ ਜੰਮੇ ਜਾਏ ਆ, ਸਿਰਫ ਇਹ ਕਸੂਰ ਹੈ? ਤੁਸੀਂ ਮਤਲਬ ਇੱਕ ਪਾਸੇ ਇਹ ਕਹਿੰਦੇ ਹੋ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਅਸੀਂ ਸਿਰਜਾਂਗੇ। ਕੀ ਇਹ ਸੀ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ? ਇਹ ਤਾਂ ਸ਼ਹੀਦਾਂ ਨੂੰ ਸ਼ਹੀਦ ਮੰਨ ਕੇ ਨਹੀਂ ਰਾਜ਼ੀ ਜੀ। ਜਿਹੜੇ ਅੱਜ ਬਾਰਡਰਾਂ ਦੇ ਬੈਠੇ, ਇਹਨਾਂ ਦੀ ਵਜ੍ਹਾ ਕਰਕੇ ਸ਼ਹੀਦ ਹੋ ਰਹੇ ਆ। ਇਹ ਤਾਂ ਪਾਰਲੀਮੈਂਟ 'ਚ ਕਹਿੰਦੇ ਸਾਡੇ ਕੋਲੇ ਰਿਕਾਰਡ ਹੀ ਹੈ ਨਹੀਂ, ਸਾਡੇ ਕੋਲ ਤਾਂ ਵੇਰਵਾ ਹੀ ਹੈ ਨਹੀਂ, ਇਹਨਾਂ ਦੇ ਕੋਲੇ ਕੁਝ ਨਹੀਂਗਾ। ਨਹੀਂ, ਵੇਰਵੇ ਤਾਂ ਕਈਆਂ ਦੇ ਕੋਲ ਆਪਣੀਆਂ ਪੜ੍ਹਾਈਆਂ ਦੇ ਵੀ ਹੈ ਨਹੀਂਗੇ, ਉਹਦੇ ਬਾਰੇ 'ਚ ਬੋਲਦੇ ਨਹੀਂ ਆ। ਪਰ ਜਦੋਂ ਕਿਸੇ ਆਮ ਬੰਦੇ ਦੀ ਗੱਲ ਆਉਂਦੀ ਉਦੋਂ ਇਹ ਜ਼ਰੂਰ ਵੇਰਵਿਆਂ ਦਾ ਕਹਿ ਲੋ ਵੀ ਪਿੱਟਣਾ ਪਿੱਟਦੇ ਨੇ ਵੀ ਹੈ ਨਹੀਂ। ਗੱਲ ਇਹ ਹੈ ਕਿ ਸਾਨੂੰ ਲੋਕਾਂ ਨੂੰ ਵੀ ਜਾਗਣਾ ਪਊਗਾ। ਬਹੁਤ ਸਾਰੇ ਲੋਕ ਅੱਜ ਘਰਾਂ ਦੇ ਵਿੱਚ ਬੈਠੇ ਸੋਸ਼ਲ ਮੀਡੀਆ ਤੇ ਸਿਰਫ ਟਿਕ ਕਰ ਰਹੇ, ਤੁਹਾਨੂੰ ਕੀ ਲੋੜ, ਫਲਾਣ। ਆਪਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਥੋੜਾ ਜਿਹਾ ਤਾਂ ਜਿਉਂਦੇ ਹੋਣ ਦਾ ਸਬੂਤ ਦੇ ਦਈਏ। ਮੇਰੀ ਨਾ ਲੰਘੇ ਕੱਲ 2-3 ਕਿਸਾਨ ਆਗੂਆਂ ਨਾਲ ਗੱਲ ਹੋਈ ਜੀ। ਬੜੀ ਮਹੱਤਵਪੂਰਨ ਗੱਲ ਉਹਨਾਂ ਨੇ ਕਹੀ। ਉਹ ਕਹਿੰਦੇ ਵੀ ਅਸੀਂ ਜਿਹੜੇ ਪੰਜਾਬ ਦੇ ਲੋਕ ਆ ਨਾ, ਇਹ ਦਸਵੰਧ ਦੇ ਵਿੱਚ ਬਹੁਤ ਯਕੀਨ ਰੱਖਦੇ ਆ। ਸਾਨੂੰ ਗੁਰੂ ਸਾਹਿਬਾਨ ਨੇ ਦਸਵੰਧ ਕੱਢਣ ਦੇ ਲਈ ਆਖਿਆ, ਯਾਨੀ ਕਿ ਜੋ ਅਸੀਂ ਕਮਾਉਂਦੇ ਆ ਉਹਦਾ 10% ਲੋੜਵੰਦਾਂ ਦੇ ਲੇਖੇ ਲਾਉਣ ਦੇ ਲਈ। ਇਸ ਵੇਲੇ ਪੰਜਾਬ ਦੀ ਆਬਾਦੀ ਲਗਭਗ 3 ਕਰੋੜ ਆ, ਤੇ ਕੀ ਇੱਕ ਪਿੰਡ ਦੇ ਵਿੱਚ ਜੇਕਰ 5000 ਆਬਾਦੀ ਆ, ਕਿਸੇ ਪਿੰਡ ਦੇ ਵਿੱਚ 700 ਦੀ ਆਬਾਦੀ ਹੈ, ਕਿਸੇ ਪਿੰਡ ਦੀ 2200 ਆਬਾਦੀ ਹੋ, ਕਿਸੇ ਪਿੰਡ ਦੀ 10000 ਹੋ, ਕੀ ਉਸ ਪਿੰਡ ਦੇ ਵਿੱਚੋਂ ਦਸਵੰਧ ਨਿਕਲ ਰਿਹਾ? ਦਸਵੰਧ ਦੇ ਤੌਰ ਦੇ ਉੱਤੇ ਜੇਕਰ ਕਿਸੇ ਪਿੰਡ ਦੀ ਆਬਾਦੀ 10000 ਆ, ਤਾਂ ਕੀ 10% ਲੋਕ ਬਾਰਡਰ ਤੇ ਜਾ ਰਹੇ ਆ? ਸਾਰੇ ਇਹ ਗੱਲ ਕਹਿੰਦੇ ਆ ਵੀ ਕਿਸਾਨ ਨਾਲ ਧੱਕਾ ਹੋ ਰਿਹਾ। ਪਰ ਕੀ ਇਹ ਕਹਿਣਾ ਕਿ ਭਾਈ ਧੱਕਾ ਹੋ ਰਿਹਾ ਤੇ ਘਰ ਦੇ ਵਿੱਚ ਬੈਠੇ ਕਈ ਜਗ੍ਹਾ, ਢਾਣੀਆਂ 'ਚ ਬੈਠੇ ਕਈ ਜਗ੍ਹਾ, ਇਹਦੇ ਨਾਲ ਮਸਲੇ ਦਾ ਹੱਲ ਹੁੰਦਾ? ਇਸ ਕਰਕੇ ਨੈੱਟ ਕੇ ਉਧਰ ਵਧਣਾ ਚਾਹੀਦਾ। ਹੁਣ 5 ਤਰੀਕ ਨੂੰ ਪਤਾ ਲੱਗਾ ਜੀ ਕਿ ਯੂਪੀ ਦੇ ਵਿੱਚ ਮੁਜ਼ੱਫਰਨਗਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਕੱਠ ਹੋ ਰਿਹਾ ਜੀ। ਤੇ ਉਹਨੇ ਕਹਿੰਦੇ ਆ ਵੀ ਯੂਪੀ ਦੀ ਸਰਕਾਰ ਦੀਆਂ ਜੜਾਂ ਹਿਲਾਉਣ ਦਾ ਕੰਮ ਕਰਨਾ। ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ 5 ਤੋਂ ਲੈ ਕੇ 7 ਲੱਖ ਤੱਕ ਕਿਸਾਨ ਦਾ ਸ਼ਾਇਦ ਇਕੱਠ ਹੋਵੇ। ਤੇ ਜਿਸ ਤਰੀਕੇ ਨਾਲ ਕਿਸਾਨਾਂ ਦਾ ਗੁੱਸਾ ਉਬਾਲਾ ਮਾਰਿਆ, ਤੇ ਹੋ ਸਕਦਾ ਇਹ ਇਕੱਠ ਵੱਧ ਵੀ ਜਾਵੇ। ਜੀ ਬਿਲਕੁਲ, ਪਰ ਉਹਨਾਂ ਸਾਰੇ ਕਿਸਾਨਾਂ ਨੂੰ ਸੱਚੀ ਸਲਾਮ ਹੈ ਜਿਹੜੇ ਡਟੇ ਹੋਏ ਨੇ, ਜਿਹੜੇ ਡਾਂਗਾ ਖਾਣ ਤੋਂ ਬਾਅਦ ਵੀ, ਇਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਡਟੇ ਹੋਏ ਨੇ, ਜਿਹੜੇ ਆਪਣੇ ਹੱਕਾਂ ਦੀ ਲੜਾਈ ਸ਼ਾਂਤੀਪੂਰਵਕ ਤਰੀਕੇ ਨਾਲ ਲੜ ਰਹੇ ਨੇ। ਉਹਨਾਂ ਸਾਰਿਆਂ ਨੂੰ ਸਲਾਮ ਹੈ।
ਤੁਸੀਂ ਹੀ ਅੱਗੇ ਲੱਗ ਸਕਦੇ ਸੀ, ਤੁਸੀਂ ਹੀ ਸਭ ਕੁਝ ਕਰ ਸਕਦੇ ਸੀ, ਕਿਉਂਕਿ ਅਸੀਂ ਲੋਕ ਤਾਂ ਚਾਹੇ ਸਿਲੰਡਰ ਦੀ ਕੀਮਤ ਵੱਧ ਜਾਏ, ਚਾਹੇ ਪੈਟਰੋਲ ਦੀ ਕੀਮਤ ਵੱਧ ਜਾਏ, ਚਾਹੇ ਸਾਡੇ ਤੇ ਜਿੰਨਾ ਮਰਜ਼ੀ ਤਸ਼ੱਦਦ ਹੋਏ, ਚੁੱਪਚਾਪ ਘਰੇ ਬੈਠ ਕੇ ਗੱਲ ਜ਼ਰੂਰ ਕਰਦੇ ਹਾਂ ਵੀ ਮਹਿੰਗਾਈ ਵੱਧ ਗਈ, ਪਰ ਬਾਹਰ ਨਿਕਲ ਕੇ ਸੜਕਾਂ ਤੇ ਅੜ ਕੇ ਅਸੀਂ ਆਪਣੀ ਆਵਾਜ਼ ਬੁਲੰਦ ਕਰਨਾ ਨਹੀਂ ਜਾਣਦੇ। ਹਾਂ, ਉਹ ਗੱਲ ਵੱਖਰੀ ਹੈ ਕਿ ਕਿਸੇ ਗਾਇਕ ਪਿੱਛੇ, ਕਿਸੇ ਅਦਾਕਾਰ ਪਿੱਛੇ ਅਸੀਂ ਇੱਕ ਦੂਸਰੇ ਦਾ ਸਿਰ ਪਾੜ ਦਈਏ, ਅਸੀਂ ਕਿਸੇ ਪਾਰਟੀ ਪਿੱਛੇ ਇੱਕ ਦੂਸਰੇ ਦਾ ਸਿਰ ਪਾੜ ਦਈਏ, ਪਰ ਜਦੋਂ ਆਪਣੀ ਗੱਲ ਆਉਂਦੀ ਹੈ ਅਸੀਂ ਚੁੱਪ ਹਾਂ ਤੇ ਚੁੱਪ ਹੀ ਰਹਿਣਾ ਸਿੱਖਿਆ। ਹਰਮਨ ਜੀ, ਇਸ ਹਨੇਰੇ ਮਾਹੌਲ ਦੇ ਵਿੱਚ ਚਾਨਣ ਦੀ ਲੀਕ ਵਰਗੇ ਕੁਝ ਕੁ ਲੋਕਾਂ ਦੇ ਬਿਆਨ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਨੂੰ ਸੁਣ ਕੇ ਪੜ੍ਹ ਕੇ ਇਹ ਲੱਗਦਾ ਵੀ ਸਾਰੇ ਵੀ ਬੇਗੈਰਤ ਨਹੀਂ ਹੋਏ ਹਾਲੇ। ਸਤਿਆਪਾਲ ਮਲਿਕ ਜਿਹੜੇ ਕਿ ਮੇਘਾਲਿਆ ਦੇ ਰਾਜਪਾਲ ਆ, ਜਿਨ੍ਹਾਂ ਨੇ ਹੁਣ ਤੱਕ ਕਿਸਾਨੀ ਦੇ ਹੱਕ ਦੇ ਵਿੱਚ ਬਹੁਤ ਕੁਝ ਬੋਲਿਆ, ਧੰਨਵਾਦ ਉਹਨਾਂ ਦਾ। ਭਾਵੇਂ ਉਹਨਾਂ ਦੀ ਪੇਸ਼ ਚੱਲੇ ਨਾ ਚੱਲੇ, ਪਰ ਬੋਲਣਾ ਤਾਂ ਬੰਦੇ ਦਾ ਹੈ ਫਰਜ਼ ਆ। ਇਹਦਾ ਮਤਲਬ ਇਹ ਥੋੜੀ ਵੀ ਆਪਾਂ ਫਰਜ਼ ਤੋਂ ਹੀ ਮੁਨਕਰ ਹੋ ਜਾਣਾ। ਉਹਨਾਂ ਨੇ ਇਹ ਗੱਲ ਕਹੀ ਆ ਵੀ ਮਨੋਹਰ ਲਾਲ ਖੱਟੜ ਨੂੰ ਕਿਸਾਨਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਆ, ਤੇ ਜਿਹੜੀ ਐਸਡੀਐਮ ਨੇ ਇਹ ਕਰਤੂਤ ਕੀਤੀ ਆ ਉਹਨੂੰ ਪੱਕੇ ਤੌਰ ਦੇ ਉੱਤੇ ਨੌਕਰੀ ਦੇ ਵਿੱਚੋਂ ਕੱਢ ਕੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ। ਦੁਸ਼ਯੰਤ ਚੌਟਾਲਾ ਨੇ ਇਹ ਗੱਲ ਕਹੀ ਆ, ਭਾਵੇਂ ਕੋਈ ਨੇ ਗੋਂਗਲੂਆਂ ਤੋਂ ਮਿੱਟੀ ਕਿਉਂ ਨਾ ਝਾੜੀ ਹੋਵੇ, ਉਹ ਕਹਿੰਦਾ ਜੀ ਕਿ ਇਸ ਐਸਡੀਐਮ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ। ਇਹ ਬਹੁਤ ਉਹਨੇ ਗਲਤ ਕੀਤਾ ਕੰਮ। ਉਧਰੋਂ ਖੱਟੜ ਇਹ ਗੱਲ ਕਹਿ ਰਿਹਾ ਜੀ ਕਿ ਸਭ ਕੁਝ ਠੀਕ ਹੋ ਰਿਹਾ, ਚੌਟਾਲਾ ਇਹ ਗੱਲ ਕਹਿ ਰਿਹਾ ਜੀ ਕਿ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ, ਤੇ ਕੁਰਸੀਆਂ ਸਭ ਨੂੰ ਪਿਆਰੀਆਂ ਤੇ ਕੁਰਸੀ ਛੱਡ ਕੇ ਕੋਈ ਵੀ ਰਾਜ਼ੀ ਨਹੀਂ ਹੈ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ, ਪਰ ਤੁਸੀਂ ਸਹੀ ਕਿਹਾ ਕਿ ਮੇਘਾਲਿਆ ਦੇ ਰਾਜਪਾਲ ਸਮੇਂ-ਸਮੇਂ ਦੇ ਉੱਪਰ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦੇ ਰਹੇ ਨੇ, ਔਰ ਉਹਨਾਂ ਨੇ ਕਿਸਾਨੀ ਦੀ ਬਾਤ ਸਮੇਂ-ਸਮੇਂ ਤੇ ਪਾਈ ਹੈ। ਪਰ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਆਪਣੇ ਆਪ ਨੂੰ ਕਿਸਾਨ ਹਤੈਸ਼ੀ ਦੱਸਦੇ ਨੇ, ਪਰ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਵੀ ਲਫ਼ਜ਼ ਨਹੀਂ ਨਿਕਲਿਆ। ਉਹਨਾਂ ਨੇ ਕੁਝ ਕਹਿਣ ਦੀ ਵੀ ਕੋਸ਼ਿਸ਼ ਨਹੀਂ ਕੀਤੀ, ਕਰਨਾ ਤਾਂ ਬਹੁਤ ਦੂਰ ਦੀ ਗੱਲ ਆ। ਟਾਣਾ ਸਾਹਿਬ, ਇੱਕ ਲੋਕਾਂ ਦੀ ਹੋਰ ਜਿਹੜੀ ਮਾਨਸਿਕਤਾ ਨੂੰ ਦਰਸਾਉਂਦੀ ਹੋਈ ਗੱਲ ਮੈਂ ਜ਼ਰੂਰ ਸਾਂਝੀ ਕਰਨਾ ਚਾਹੁੰਦੀ ਹਾਂ। ਪਿਛਲੇ ਅਨਮੋਲ ਗਗਨ ਮਾਨ ਤੇ ਨਾਲ ਉਹਨਾਂ ਦੇ ਹੋਰ ਜਿਹੜੀਆਂ ਸਾਥਣਾਂ ਉਹ ਅੱਗੇ ਵਧੀਆਂ, ਕਿਉਂਕਿ ਔਰਤਾਂ ਦੇ ਉੱਪਰ ਜਿਹੜਾ ਤਸ਼ੱਦਦ ਹੋ ਰਿਹਾ ਉਸ ਮਸਲੇ ਨੂੰ ਲੈ ਕੇ ਤੇ ਹੋਰ ਕਈ ਮੁੱਦੇ ਸੀ, ਉਹਨੂੰ ਲੈ ਕੇ ਉਹਨਾਂ ਨੇ ਵੀ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ, ਭਾਜਪਾ ਦੇ ਦਫ਼ਤਰ ਦੇ ਘਿਰਾਓ ਦੀ ਕੋਸ਼ਿਸ਼ ਕੀਤੀ ਜੀ, ਜਿਸ ਤੋਂ ਬਾਅਦ ਵਿੱਚ ਪਾਣੀ ਦੀਆਂ ਬੁਛਾੜਾਂ ਤੇ ਹੋਰ ਬਹੁਤ ਕੁਝ ਉਹਨਾਂ ਨੂੰ ਸਹਿਣਾ ਪਿਆ। ਹੁਣ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਵੇਖੋ। ਜਦੋਂ ਤਸਵੀਰਾਂ ਸਾਹਮਣੇ ਆਈਆਂ ਤਾਂ ਉਹਦੇ ਥੱਲੇ ਮੈਂ ਲੋਕਾਂ ਦੇ ਵਿਚਾਰ ਪੜ੍ਹ ਰਹੀ ਸੀ, ਤੁਸੀਂ ਹੈਰਾਨ ਹੋਵੋਗੇ 90% ਲੋਕਾਂ ਨੇ ਉਹਦੇ ਵਿੱਚ ਕੀ ਲਿਖਿਆ ਹੋਇਆ ਸੀ, ਤੂੰ ਤਾਂ ਦੁੱਧ ਨਾਲ ਬਦਾਮ ਚੱਬਦੀ ਹੁੰਦੀ ਸੀ, ਤੂੰ ਤਾਂ ਗਾਇਕੀ ਕਰਨੀ ਸੀ, ਕਿਹੜੇ ਕੰਮ 'ਚ ਲੱਗ ਗਈ, ਐਵੇਂ ਡਰਾਮੇ ਕਰੀ ਜਾਂਦੀ ਹੈ, ਲੈ ਇਹਦੇ ਤੋਂ ਨਹੀਂ ਸਹਿਣ ਹੋਣਾ, ਰਾਜਨੀਤੀ ਹਰੇਕ ਦੇ ਵੱਸ ਦੀ ਖੇਡ ਥੋੜੀ ਆ, ਤੂੰ ਤਾਂ ਵੋਟਾਂ ਪੱਕੀਆਂ ਕਰਦੀ ਐ, ਘਰੇ ਬਹਿਣਾ ਸੀ, ਆ ਕਿਹੜੇ ਕੰਮਾਂ 'ਚ ਪਈ ਹੋਈ ਐ, ਗਾਇਕ ਦਾ ਕੰਮ ਜ਼ਿਆਦਾ ਵਧੀਆ ਨਹੀਂ ਸੀ, ਤੈਨੂੰ ਆ ਬਿਲਕੁਲ ਨਹੀਂ ਕਰਨਾ ਚਾਹੀਦਾ ਸੀ। ਹੱਦ ਹੋ ਗਈ ਉਹਨਾਂ ਲੋਕਾਂ ਦੀ, ਮੈਨੂੰ ਇਹ ਨਹੀਂ ਸਮਝ ਆਉਂਦੀ, ਕਿਉਂਕਿ ਪਾਣੀ ਦੀਆਂ ਬੁਛਾੜਾਂ ਪਈਆਂ ਤੇ ਮੈਨੂੰ ਦੱਸਦਿਆਂ ਸ਼ਰਮ ਆ ਰਹੀ ਆ ਕਿ ਉਹਦੇ ਉੱਪਰ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਉਹਦੇ ਭਿੱਜੇ ਹੋਏ ਪਿੰਡੇ ਦੇ ਉੱਤੇ ਟਿੱਪਣੀਆਂ ਕੀਤੀਆਂ, ਉਹਦੇ ਅੰਦਰੂਨੀ ਵਸਤਰਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਵੀ ਤੂੰ ਤਾਂ ਇਉਂ ਲੱਗਦੀ ਆ, ਤੂੰ ਤਾਂ ਹੁਣ ਭਿੱਜੇ ਪਿੰਡੇ ਦੇ ਵਿੱਚ ਇਉਂ ਲੱਗਦੀ ਆ, ਡੁੱਬ ਕੇ ਮਰ ਜਾਓ। ਕਤੀੜਾਂ ਵਰਗੇ ਲੋਕ ਆ ਜਿਹੜੇ ਇਹੋ ਜਿਹੀਆਂ ਟਿੱਪਣੀਆਂ ਕਰਦੇ ਆ ਨਾ। ਅਸੀਂ ਉਸ ਗੁਰੂ ਨਾਨਕ ਦੇ ਪੈਰੋਕਾਰਾਂ, ਅਸੀਂ ਉਸ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਆ ਜਿਨ੍ਹਾਂ ਨੇ ਕਿਹਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਜਿਨ੍ਹਾਂ ਨੇ ਹਮੇਸ਼ਾ ਔਰਤ ਨੂੰ ਇੱਕ ਉੱਤੇ ਦਾ ਦਰਜਾ ਦਿੱਤਾ। ਫਿਰ ਵੀ ਸਾਡੀਆਂ ਨਜ਼ਰਾਂ ਕਿੱਥੇ ਜਾਂਦੀਆਂ ਨੇ ਜਦੋਂ ਗੱਲ ਆਉਂਦੀ ਆ ਆਪਦੀਆਂ ਧੀਆਂ ਭੈਣਾਂ ਦੀ, ਉਦੋਂ ਅਸੀਂ ਹੋਰ ਹੋ ਜਾਂਦੇ ਹਾਂ। ਦੇਖੋ, ਤੁਸੀਂ ਕਿਸੇ ਦੇ ਨਾਲ ਅਸਹਿਮਤ ਹੋ ਸਕਦੇ ਆ ਜੀ, ਤੁਸੀਂ ਹੋ ਸਕਦਾ ਅਨਮੋਲ ਗਗਨ ਮਾਨ ਜਾਂ ਕਿਸੇ ਵੀ ਪਾਰਟੀ ਦੇ ਨੇਤਾ ਦੇ ਨਾਲ, ਕੋਈ ਕੁੜੀ ਹੋਵੇ, ਕੋਈ ਵਿਦਿਆਰਥਣ ਹੋਵੇ, ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜੀ ਹੋਵੇ, ਕਿਸੇ ਸੰਸਥਾ ਨਾਲ ਜੁੜੀ ਹੋਵੇ, ਕੋਈ ਵੀ ਕੰਮ ਕਰਦੀ ਆ, ਕੋਈ ਨਹੀਂ ਕਰਦੀ, ਤੁਸੀਂ ਉਹਦੇ ਨਾਲ ਅਸਹਿਮਤ ਹੋ ਸਕਦੇ ਆ। ਹੋ ਸਕਦਾ ਵੀ ਤੁਹਾਨੂੰ ਉਹਦੇ ਵੱਲੋਂ ਕੀਤਾ ਜਾ ਰਿਹਾ ਕੰਮ ਬਿਲਕੁਲ ਚੰਗਾ ਨਾ ਲੱਗਦਾ ਹੋਵੇ, ਪਰ ਯਾਰ ਤੁਹਾਨੂੰ ਮਰਿਆਦਾ ਹੀ ਹੈ ਨਹੀਂ, ਤੁਹਾਡੇ ਕੋਲੇ ਸ਼ਬਦ ਹੀ ਹੈ ਨਹੀਂ। ਤੁਸੀਂ ਪੜ੍ਹੇ ਹੁੰਦੇ ਨਾ ਜੇਕਰ, ਫਿਰ ਤੁਸੀਂ ਸੋਚ ਕੇ ਟਿੱਪਣੀਆਂ ਕਰਦੇ। ਮੈਂ ਹੈਰਾਨ ਹੁੰਨਾ, ਕਲਾਕਾਰਾਂ ਦੇ ਪਿੱਛੇ ਭੈਣਾਂ ਦੀਆਂ ਗਾਲਾਂ ਕੱਢੀ ਜਾਣਗੇ ਤੇ ਉਹਨਾਂ ਨੂੰ ਘਰੇ ਭਾਵੇਂ ਕੋਈ ਪੁੱਛਦਾ ਨਾ ਹੋਵੇ, ਰਾਏ ਦੇਣਗੇ ਵੀ ਸਾਡਾ ਬੰਦਾ ਆਏ ਆ, ਸਾਡਾ ਬੰਦਾ ਧੱਕ ਪਾਉਂਦਾ, ਧਾਕੋ ਪਾਵੇ ਨਾ ਪਾਵੇ, ਤੁਸੀਂ ਵਡੇਵੇਂ ਲੈਣੇ ਵਿੱਚੋਂ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ, ਤਸ਼ੱਦਦ ਅੱਜ ਹਰ ਵਰਗ ਦੇ ਉੱਪਰ ਹੋ ਰਿਹਾ, ਚਾਹੇ ਬੰਦਾ ਹੋਏ, ਔਰਤ ਹੋਏ, ਬੱਚਾ ਹੋਏ, ਬਜ਼ੁਰਗ ਹੋਏ, ਹਰੇਕ ਦੇ ਉੱਪਰ ਤਸ਼ੱਦਦ ਹੋ ਰਿਹਾ ਹੈ। ਗੱਲ ਇਹ ਹੈ ਵੀ ਅਸੀਂ ਕਿੰਨੀ ਕੁ ਆਵਾਜ਼ ਚੁੱਕ ਰਹੇ ਹਾਂ, ਜੇ ਅਸੀਂ ਨਹੀਂ ਚੁੱਕ ਰਹੇ ਤਾਂ ਕਿਸੇ ਨੂੰ ਚੁੱਕਦਿਆਂ ਹੋਇਆਂ ਦੇਖ ਕਿਉਂ ਨਹੀਂ ਸਕਦੇ? ਘਰੋਂ ਨਿਕਲ ਕੇ ਮਾੜਾ ਮੋਟਾ ਕਦੇ ਡਾਂਗ ਦਾ ਸਾਹਮਣਾ ਤਾਂ ਕਰੋ। ਅਸੀਂ ਇਹ ਨਹੀਂ ਕਹਿੰਦੇਗੇ ਵੀ ਭਾਈ ਆਮ ਆਦਮੀ ਪਾਰਟੀ ਦੀ ਗੱਲ ਸਿਰੇ ਤੇ ਲੱਗੇ, ਉਹ ਸਾਰਾ ਕੁਝ ਸਹੀ ਕਰਦੇ ਆ, ਉਹਦੀ ਥਾਂ ਦੇ ਉੱਤੇ ਹਰਸਿਮਰਤ ਕੌਰ ਬਾਦਲ ਹੋਵੇ, ਇਹ ਤਾਂ ਵੀ ਗਲਤ ਲੱਗੇ। ਇਹਦੀ ਥਾਂ ਦੇ ਉੱਤੇ ਪ੍ਰਨੀਤ ਕੌਰ ਹੋਵੇ ਤਾਂ ਵੀ ਗਲਤ ਆ, ਇਹਦੀ ਥਾਂ ਦੇ ਉੱਤੇ ਤੁਹਾਡੀ ਧੀ ਭੈਣ ਹੋਵੇ ਤਾਂ ਵੀ ਗਲਤ ਆ, ਇਹਦੀ ਥਾਂ ਦੇ ਉੱਤੇ ਸਾਡੀ ਕੋਈ ਹੋਰ ਬਜ਼ੁਰਗ ਹੋਵੇ ਤਾਂ ਵੀ ਗਲਤ ਆ, ਸਾਡੀ ਕੁੜੀ ਚਿੜੀ ਹੋਵੇ ਤਾਂ ਵੀ ਗਲਤ ਆ। ਪਰ ਯਾਰ ਸਾਡਾ ਦਿਮਾਗ ਹੀ ਹੈ ਨਹੀਂ ਅਸਲ ਦੇ ਵਿੱਚ। ਅਸੀਂ ਪੜ੍ਹੇ ਵੀ ਕਿੰਨਾ ਕਾ, ਪੜ੍ਹਦੇ ਕਿੰਨਾ ਕਾ। ਜਿਹੜੇ ਲੋਕ ਸੁਹਿਰਦਤਾ ਨਾਲ ਟਿੱਪਣੀਆਂ ਕਰਦੇ ਆ ਨਾ, ਉਹ ਪੜ੍ਹੇ ਲਿਖੇ ਆ, ਇਹ ਹੋਛੇ ਲੋਕ ਆ। ਬਹੁਤ ਦੁੱਖ ਹੁੰਦਾ, ਇਹ ਤਾਂ ਬਾਂਦਰ ਨੂੰ ਗਲੇਲ ਫੜਾਉਣ ਵਾਲੀ ਗੱਲ ਆ। ਔਰ ਇਹ ਲੋਕ ਟਿੱਪਣੀ ਕਰਨ ਤੋਂ ਪਹਿਲਾਂ ਇਹ ਵੀ ਨਹੀਂ ਸੋਚਦੇ ਟਾਣਾ ਸਾਹਿਬ ਕਿ ਸਾਬਤ ਸੂਰਤ ਤੁਸੀਂ ਆਪਣੀ ਤਸਵੀਰ ਲਗਾਈ ਹੋਈ ਹੈ,
ਤੇ ਭਾਸ਼ਾ ਕਿਹੜੀ ਵਰਤ ਰਹੇ ਹੋ ਥੋੜਾ ਜਿਹਾ ਤਾਂ ਸੋਚੋ। ਕਿ ਗੁਰੂ ਸਾਹਿਬ ਨੇ ਸਾਨੂੰ ਇਸ ਰਾਹ ਦੇ ਉੱਪਰ ਤੁਰਨ ਨੂੰ ਸਿਖਾਇਆ ਸੀ? ਕਈ ਵਾਰ ਬਜ਼ੁਰਗ ਲੋਕ ਹੁੰਦੇ ਨੇ ਔਰ ਉਹ ਇਹੋ ਜਿਹੀ ਟਿੱਪਣੀ ਕਰਦੇ ਨੇ ਕਿ ਸ਼ਰਮ ਆਉਂਦੀ ਹੈ ਕਿ ਸਾਡਾ ਧਰਮ, ਚਾਹੇ ਉਹ ਕੋਈ ਵੀ ਧਰਮ ਹੋਏ, ਹਿੰਦੂ ਧਰਮ ਹੋਏ, ਸਿੱਖ ਧਰਮ ਹੋਏ, ਕੋਈ ਵੀ ਧਰਮ ਹੋਏ, ਕਿ ਸਾਡਾ ਧਰਮ ਸਾਨੂੰ ਇਹ ਟਿੱਪਣੀਆਂ ਕਰਨਾ ਸਿਖਾਉਂਦਾ ਹੈ। ਅਸੀਂ ਵੈਸੇ ਤਾਂ ਬਹੁਤ ਧਰਮੀ ਬਣੇ ਹੋਏ ਆ, ਪਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਕਿਹੜੇ ਲਹਿਜ਼ੇ ਦੇ ਵਿੱਚ, ਕਿਸ ਤਰੀਕੇ ਨਾਲ ਆਪਣੀ ਗੱਲ ਨੂੰ ਕਿਸੇ ਦੇ ਅੱਗੇ ਰੱਖਣਾ ਹੈ। ਜੋ ਮੂੰਹ ਚ ਆਉਂਦਾ ਫਾ 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 ਬੋਲੀ ਜਾਂਦੇ, ਫਿਰ ਕਹਿੰਦੇ ਆ ਰਾਜਨੀਤੀ ਨਹੀਂ ਬਦਲ ਸਕਦੀ। ਆਪ ਜੀ ਬਦਲੇ ਹੋ, ਪਹਿਲਾਂ ਆਪਾਂ ਬਦਲ ਗਏ, ਫਿਰ ਰਾਜਨੀਤੀ ਬਦਲੂਗੀ। ਗਾਲਾਂ ਨਾਲ ਕਦੇ ਵੀ ਕਿਸੇ ਦੇਸ਼ ਦੇ ਵਿੱਚ ਬਦਲਾਅ ਨਹੀਂ ਆਉਂਦਾ, ਉਹ ਆਉਂਦਾ ਕੀਤੇ ਹੋਏ ਕੰਮਾਂ ਦੇ ਨਾਲ। ਤੇ ਕੰਮ ਆਪਾਂ ਕਰਨਾ ਤੇ ਘਰੇ ਬੈਠੇ ਟਿਕ 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 ਕਰੀ ਜਾਂਦੇ ਆ, ਗੱਲ ਖਤਮ। ਬਿਲਕੁਲ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਨਾਲ ਨੇ ਹਰਮਨਥਨ ਜੀ। ਜੀ, ਤੇ ਹੁਣ ਅੱਗੇ ਵਧੀਆ ਟਹਿਣਾ ਸਾਹਿਬ। ਬਿਲਕੁਲ ਜੀ, ਹੋ ਸਕਦਾ ਕੋਈ ਸੱਜਣ ਅੱਜ ਇਹ ਗੱਲ ਕਵੇ ਵੀ ਹਾਸੇ ਠੱਠੇ ਵਾਲੀ ਬਾਤ ਨਹੀਂ ਪੇਸ਼ ਕੀਤੀ। ਅੱਜ ਸਾਡਾ ਚਿੱਤ ਕੀਤਾ ਵੀ ਸਿਰਫ ਤੇ ਸਿਰਫ ਉਹ ਗੱਲਾਂ ਕੀਤੀਆਂ ਜਾਣ ਜਿਹੜੀਆਂ ਕਿ ਇਸ ਵਕਤ ਭਖਤ ਦੇ ਵਿਸ਼ੇ ਨਾਲ ਸੰਬੰਧਿਤ ਹੈ, ਜਿਹੜੀਆਂ ਸਭ ਨੂੰ ਚੀਰ ਕੇ ਰੱਖ ਜਾਂਦੀਆਂ। ਸਾਡੇ ਭੈਣਾਂ ਵੀਰਾਂ ਦੇ ਇਸ ਵੇਲੇ ਸਰੀਰ ਆ ਜਿਹੜੇ ਉਹ ਉਧੇੜੇ ਪਏ ਹੁਣ ਡਾਂਗਾਂ ਦੇ ਨਾਲ, ਤੇ ਇੱਥੇ ਬੈਠ ਕੇ ਕਈ ਵਾਰੀ ਮਨ ਨਹੀਂ ਕਰਦਾ, ਕਿਉਂਕਿ ਆਪਾਂ ਵੀ ਤਾਂ ਮਨੁੱਖ ਹਾਂ। ਮਨੁੱਖ ਦੇ ਮਨ ਦੇ ਉੱਤੇ ਕਿਹੜੀ ਗੱਲ ਦਾ ਕਿਵੇਂ ਅਸਰ ਹੁੰਦਾ, ਜਿਵੇਂ ਤੁਹਾਡੇ ਹੁੰਦਾ ਹੋਵੇ ਸਾਡੇ ਵੀ ਹੁੰਦਾ। ਇੱਥੇ ਅਸੀਂ ਬੈਠ ਕੇ ਬਹੁਤੀ ਵਾਰ ਗੱਲਾਂ ਹਾਸੇ ਠੱਠੇ ਦੇ ਵਿੱਚ ਤਾਂ ਕਰਦੇ ਹਾਂ ਕਿਉਂਕਿ ਹਰ ਤਰ੍ਹਾਂ ਦੀਆਂ ਖਬਰਾਂ ਪੜ੍ਹ ਕੇ ਤੁਹਾਡੇ ਉੱਤੇ ਵੀ ਤਣਾਅ ਹੋਇਆ ਹੁੰਦਾ। ਸਾਡੀ ਇੱਛਾ ਹੁੰਦੀ ਹੈ ਜੀ ਕਿ ਗੱਲ ਆ ਜਿਹੜੀ ਉਹ ਹਾਸੇ ਠੱਠੇ ਦੇ ਵਿੱਚ ਹਲਕੇ ਲਹਿਜੇ 'ਚ ਕੀਤੀ ਜਾਵੇ, ਪਰ ਕਈ ਵਾਰ ਮਾਨਸਿਕਤਾ ਦੇ ਉੱਤੇ ਇੰਨਾ ਗੂੜਾ ਅਸਰ ਪੈਂਦਾ ਵੀ ਚਿੱਤ ਕਰਦਾ ਵੀ ਯਾਰ ਹਾਸਾ ਕਾਹਦਾ ਜੀ, ਕਿਹੜੀ ਗੱਲੋਂ ਹੱਸੀਏ। ਬਿਲਕੁਲ, ਵੀ ਸਾਡੇ ਸਿਰ ਪਾਟ ਰਹੇ ਤਾਂ ਹੱਸੀਏ, ਸਾਡੇ ਉੱਤੇ ਅਤਿਆਚਾਰ ਹੋ ਰਿਹਾ ਤਾਂ ਹੱਸੀਏ। ਸੋ ਜਿਹੜੀ ਅਗਲੀ ਗੱਲ ਆ ਉਹ ਇਹ ਆ ਵੀ ਕੇਜਰੀਵਾਲ ਹੋਰੀਆਂ ਜਿਹੜੇ ਉਹ ਜੈਪੁਰ ਦੇ ਵੱਲ ਚਲੇ ਗਏ ਆ ਜੀ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹੋਰੀ ਲੰਘੇ ਕੱਲ ਜੈਪੁਰ ਪਹੁੰਚ ਗਏ ਆ ਹਵਾਈ ਅੱਡੇ ਦੇ ਉੱਤੇ। ਉਹ ਜਿਹੜਾ ਇੱਥੇ ਇੱਕ ਸੈਂਟਰ ਬਣਿਆ ਨਾ, ਸਾਧਨਾ ਕੇਂਦਰ ਜਿਹਨਾਂ ਨੂੰ ਕਹਿੰਦੇ ਆ, ਮੇਰਾ ਖਿਆਲ ਵਿਪਾਸਨਾ ਸਾਧਨਾ ਕੇਂਦਰ ਕੁਛ ਐਂ ਕਹਿੰਦੇ ਆ ਜੀ, ਉੱਥੇ ਗਏ ਆ। 10 ਦਿਨ ਉਹਨਾਂ ਨੇ ਮੌਨ ਰੱਖਣਾ, 10 ਦਿਨ ਉਹਨਾਂ ਨੇ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਕਹਿੰਦੇ ਆ ਵੀ ਚੁੱਪ ਕੀਤੇ ਤਰੀਕੇ ਨਾਲ ਪਹੁੰਚ ਗਏ। ਇਹਦੇ ਬਾਰੇ ਜੋ ਰਾਜਸਥਾਨ ਦੀ ਇਕਾਈ ਆ ਉਹਨੂੰ ਵੀ ਨਹੀਂ ਪਤਾ ਸੀ, ਆਮ ਆਦਮੀ ਪਾਰਟੀ ਵਾਲੇ ਨੂੰ। ਅੱਛਾ ਜੀ। ਕੇਜਰੀਵਾਲ ਜਿੱਥੇ ਗਏ ਆ 10 ਦਿਨਾਂ ਦੇ ਲਈ, ਪਹਿਲਾਂ ਉੱਥੇ ਸੀ 3 ਦਿਨ ਦਾ ਪ੍ਰੋਗਰਾਮ, ਉਹਨਾਂ ਨੇ ਮੌਨ ਰੱਖਣਾ। ਹੁਣ ਉਹ ਰਹਿਣਗੇ 10 ਦਿਨ ਉੱਥੇ ਮੌਨ। ਉਹਨਾਂ ਨੇ ਸਵੇਰੇ 4 ਵਜੇ ਉੱਠਣਾ, 6 ਵਜੇ ਤੱਕ ਪਹਿਲਾਂ ਉਹਨਾਂ ਨੇ ਕਲਾਸ ਦੇ ਵਿੱਚ ਹਿੱਸਾ ਲੈਣਾ। ਉਸ ਤੋਂ ਬਾਅਦ ਉਹਨਾਂ ਨੇ 1.5 ਘੰਟਾ ਨਹਾਉਣ ਧੋਣ, ਬੁਰਸ਼ ਕਰਨ ਤੇ ਬਾਕੀ ਕੰਮਾਂ ਕਾਜਾਂ ਦੇ ਵਿੱਚ ਆਪਣਾ ਟਾਈਮ ਲਾਉਣਾ। ਉਸ ਤੋਂ ਬਾਅਦ ਉਹਨਾਂ ਦਾ ਆਰਾਮ ਦਾ ਵੇਲਾ, ਆਥਣ ਦੇ ਵੇਲੇ ਇੱਕ ਫਿਲਮ ਦਿਖਾਈ ਜਾਣੀ ਆ, ਤੇ 9 ਵਜੇ ਰਾਤ ਨੂੰ ਸੌਣ ਦਾ ਵੇਲਾ। ਤੇ ਇਹ 10 ਦਿਨ ਅਖਬਾਰ, ਟੀਵੀ, ਲੈਪਟਾਪ, ਟੈਲੀਫੋਨ, ਕਿਤਾਬਾਂ, ਕਿਸੇ ਦੇ ਨਾਲ ਵੀ ਉਹਨਾਂ ਦਾ ਰਾਬਤਾ ਨਹੀਂ ਰਹੂਗਾ। ਸਾਰੀਆਂ ਚੀਜ਼ਾਂ ਉਹਨਾਂ ਤੋਂ ਦੂਰ ਰੱਖੀਆਂ ਜਾਣਗੀਆਂ। ਇਹ ਉੱਥੇ ਇੱਕ ਇਹੋ ਜਿਹਾ ਕੇਂਦਰ ਹੈ ਜਿੱਥੇ ਧਿਆਨ ਲਾਉਣ ਦੀ ਪ੍ਰਕਿਰਿਆ ਸਿਖਾਈ ਜਾਂਦੀ ਹੈ, ਵੀ ਆਪਣੇ ਆਪ ਨਾਲ ਗੱਲਾਂ ਕਿਵੇਂ ਕਰਨੀਆਂ ਇਹ ਸਿਖਾਇਆ ਜਾਂਦਾ। ਉਹਨਾਂ ਨੇ ਆਪਦੇ ਬੰਦ ਕਮਰੇ ਦੇ ਵਿੱਚ ਰਹਿਣਾ, ਕਿਸੇ ਨਾਲ ਕੋਈ ਵੀ ਬੋਲ ਨਹੀਂ ਸਕੂਗਾ ਉੱਥੇ, ਨਾ ਹੀ ਕੋਈ ਆਪਣਾ ਸੇਵਾਦਾਰ, ਕੋਈ ਸਹਿਯੋਗੀ ਨਾਲ ਲਿਜਾ ਸਕਦਾ। ਆਪਦੇ ਲੀੜੇ ਲੱਤੇ ਖੁਦ ਧੋਣੇ ਆ, ਆਪਣਾ ਕੰਮਕਾਜ ਖੁਦ ਕਰਨਾ, ਤੇ ਦਿਨ ਦੇ ਵਿੱਚ ਇੱਕ ਵਾਰ ਭੋਜਨ ਪ੍ਰਸ਼ਾਦਾ ਮਿਲਣਾ ਤੁਹਾਨੂੰ, ਉਸ ਤੋਂ ਇਲਾਵਾ ਕੁਝ ਵੀ ਨਹੀਂ ਮਿਲਣਾ। ਯਾਨੀ ਕਿ ਕੁਦਰਤੀ ਤਰੀਕੇ ਦੇ ਨਾਲ ਜਿਉਣ ਦਾ ਤਰੀਕਾ ਸਿੱਖਣ ਗਏ ਆ। ਪੰਜਾਬ ਦੇ ਲੋਕ ਇਹ ਚਾਹੁੰਦੇ ਆ ਵੀ ਭਾਈ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਜਾਂਦੇ, ਬਾਅਦ ਦੇ ਵਿੱਚ ਭਾਵੇਂ 20 ਦਿਨ ਮੌਨ ਰਹਿ ਲੈਂਦੇ। ਮਤਲਬ ਇਹ ਵੀ 10 ਦਿਨ ਤਾਂ ਉਹਨਾਂ ਨੇ ਪੱਕਾ ਕਰਤਾ ਵੀ ਮੈਂ ਤਾਂ ਬੋਲਣਾ ਹੀ ਨਹੀਂ ਜੀ। ਮੈਂ ਵੀ ਉਹੀ ਕਹਿਣ ਲੱਗੀ ਸੀ ਵੀ ਉਹ ਵੇਲਾ ਜਦੋਂ ਤਾਂ ਹੁਣ ਬੋਲਣਾ ਚਾਹੀਦਾ, ਜਦੋਂ ਲੋਕ ਉਡੀਕ ਰਹੇ ਨੇ ਵੀ ਇਹ ਕਦੋਂ ਬੋਲਣਗੇ, ਉਸ ਵੇਲੇ ਚ ਚੁੱਪੀ ਧਾਰ ਕੇ ਬਹਿ ਗਏ ਨੇ ਕਿ ਇਹਦੇ ਨਾਲ ਮਤਲਬ ਅੱਗੇ ਮਸਲੇ ਹੱਲ ਹੋ ਜਾਣਗੇ। 10 ਦਿਨ ਦੇ ਲਈ ਤਾਂ ਹੱਲ ਹੋ ਗਏ, ਤੇ 11ਵੇਂ ਦਿਨ ਦੀ ਗੱਲ ਫੇਰ ਸੋਚਣਗੇ। ਚਲੋ ਤਾਂ ਵੀ ਵਧੀਆ, ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਇਸ ਵੇਲੇ ਆਮ ਆਦਮੀ ਪਾਰਟੀ 'ਚ ਹਰ ਕੋਈ ਚੁੱਪ ਹੀ ਹੈ। ਮਤਲਬ ਤੁਸੀਂ ਚਾਹੇ ਨਿਗਾਹ ਮਾਰ ਕੇ ਵੇਖੋ, ਉਹ ਨਾ ਜਿਹੜੇ ਕਿ ਪਹਿਲਾਂ ਉਂਗਲੀਆਂ ਦੇ ਉੱਪਰ ਗਿਣੇ ਜਾ ਸਕਦੇ ਸੀ ਕਿ ਇਹ ਬੋਲ ਰਹੇ ਨੇ, ਕੰਮ ਕਰ ਰਹੇ ਨੇ, ਕੁਝ ਕਰਨਗੇ, ਉਹ ਵੀ ਚੁੱਪ ਬੈਠੇ। ਭਗਵੰਤ ਮਾਨ ਦੀ ਚੁੱਪ ਭੇਤ ਭਰੀ ਆ। ਕੇਜਰੀਵਾਲ ਹੋਰਾਂ ਨੇ ਵੈਸੇ ਮੌਨ ਧਾਰ ਲਿਆ, ਤੇ ਬਾਕੀ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਸਾਡੇ ਵੱਖ-ਵੱਖ ਮੁੱਦਿਆਂ ਦੇ ਉੱਤੇ ਮੌਨ ਧਾਰੀ ਬੈਠੀਆਂ। ਤੇ ਬੰਦਾ ਕੀ ਕਰੇ ਤੇ ਕੀ ਨਾ ਕਰੇ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ। ਕੁਝ ਕੁ ਲੋਕ ਇਹ ਗੱਲ ਕਹਿੰਦੇ ਨਹੀਂ, ਉਹਨੂੰ ਥੋੜੀ, ਫਿਰ ਆਪਾਂ ਕਿਹਨੂੰ ਐਲਾਨੀਏ ਇਹ ਦੱਸ ਦਿਓ। ਇਹ ਦੱਸ ਦੇਣਾ ਚਾਹੀਦਾ ਜੀ। ਜਿਹੜੇ ਵੀ ਬੰਦੇ ਦੀ ਗੱਲ ਆਪਾਂ ਕਰਦੇ ਆ ਉਹਦੇ ਵਿੱਚ ਕੁਝ ਕੁ ਕਮੀਆਂ ਤੇ ਕੁਝ ਕੁ ਪ੍ਰਾਪਤੀਆਂ ਹੁੰਦੀਆਂ, ਕੀ ਆਪਣੇ ਚ ਹੈ ਨਹੀਂ? ਹਰੇਕ ਚ ਹੈ। ਬਿਲਕੁਲ ਸਹੀ ਗੱਲ ਆ। ਪਰ ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਇਸ ਵਕਤ ਆਮ ਆਦਮੀ ਪਾਰਟੀ ਦੇ ਕੋਲੇ ਹੋਰ ਕੱਦਾਵਰ ਨੇਤਾ ਹੈ ਕਿਹੜਾ? ਜੇ ਤਾਂ ਪੰਜਾਬ ਦੇ ਵਿੱਚ ਕੋਈ ਹੋਰ ਹੈਗਾ ਤਾਂ ਉਹਨੂੰ ਐਲਾਨ ਦੇਣਾ ਚਾਹੀਦਾ, ਹੈ ਨਹੀਂ ਤਾਂ ਫਿਰ ਭਗਵੰਤ ਮਾਨ ਦੇ ਉੱਤੇ ਰੱਖਣਾ ਚਾਹੀਦਾ ਵੀ ਸਾਰੇ ਦਾ ਸਾਰਾ ਦਾਰੋਮਦਾਰ ਉਹ ਵੀ ਆਪਦਾ ਕੰਮ ਕਰੇ। ਆਪ ਜਨਾਬ ਬੋਲਦੇ ਨਹੀਂਗੇ, ਇੱਧਰ ਕਿਸੇ ਨੂੰ ਬੋਲਣ ਜੋਗਾ ਨਹੀਂ ਛੱਡਿਆ, ਤੇ ਪੰਜਾਬ ਦੇ ਲੋਕ ਆਪਸ ਦੇ ਵਿੱਚ ਗੱਲਾਂ ਕਰੀ ਜਾਂਦੇ, ਬਣੂਗਾ ਕੀ? ਬਿਲਕੁਲ। ਪਰ ਗੱਲ ਇਹ ਹੈ ਕਿ ਇਹ ਜਿਹੜੀ ਹੁਣ ਸਾਧਨਾ ਦੇ ਵਿੱਚ ਲੱਗ ਗਏ ਅਰਵਿੰਦ ਕੇਜਰੀਵਾਲ, ਇਹ
ਵੋਟਾਂ ਦੇ ਨਤੀਜੇ ਆਉਣ ਤੋਂ ਬਾਅਦ ਕਰ ਲੈਂਦੇ ਤੇ ਤਾਂ ਵੀ ਕੋਈ ਨਹੀਂ ਸੀ। ਘੱਟੋ ਘੱਟ ਇਸ ਵੇਲੇ ਤਾਂ ਸਿਆਸਤ ਵੱਲ ਖਿਆਲ ਕਰਨ ਵੀ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ, ਕਿਉਂਕਿ ਲੋਕ ਜਿਹੜੇ ਨੇ ਉਹ ਸਾਰੀਆਂ ਹੀ ਪਾਰਟੀਆਂ ਵੱਲ, ਚਾਹੇ ਉਹ ਕੋਈ ਵੀ ਪਾਰਟੀ ਹੋਏ, ਹਰੇਕ ਪਾਰਟੀ ਵੱਲ ਮੂੰਹ ਚੱਕ ਕੇ ਵੇਖ ਰਹੇ ਨੇ ਵੀ ਇਹ ਪਤਾ ਨਹੀਂ ਕੀ ਕਰੂ, ਇਹ ਪਤਾ ਨਹੀਂ ਕੀ ਕਰੂ। ਤੇ ਇਹੋ ਜਿਹੇ ਮੌਕਿਆਂ ਦੇ ਉੱਪਰ ਜਦੋਂ ਸਿਆਸਤ ਭਖਾਉਣੀ ਚਾਹੀਦੀ ਹੈ, ਜਦੋਂ ਕੰਮ ਕਰਕੇ ਦਿਖਾਉਣੇ ਚਾਹੀਦੇ ਆ, ਲੋਕਾਂ ਦੇ ਦਿਲਾਂ 'ਚ ਘਰ ਬਣਾਉਣਾ ਚਾਹੀਦਾ ਹੈ, ਉਦੋਂ ਅਸੀਂ ਆਪ ਕਿਤੇ ਹੋਰ ਘਰ ਲੱਭ ਲਿਆ ਤੇ ਚੁੱਪ ਕਰਕੇ ਬਹਿ ਗਏ। ਬਿਲਕੁਲ ਸਹੀ। ਟਾਣਾ ਸਾਹਿਬ, ਆਪਾਂ ਹਮੇਸ਼ਾ ਕਹਿੰਦੇ ਆ ਕਿ ਸਵਾਲ ਕਰਨੇ ਚਾਹੀਦੇ ਨੇ ਮੰਤਰੀਆਂ ਨੂੰ। ਤੁਸੀਂ ਆਪਣੀ ਗੱਲ ਇੱਕ ਤਰੀਕੇ ਨਾਲ ਰੱਖੋ ਕਿ ਮੰਤਰੀ ਉਹਦਾ ਜਵਾਬ ਦੇਵੇ ਤੁਹਾਨੂੰ। ਤੁਸੀਂ ਆਪਣੇ ਸਵਾਲ ਪੁੱਛਣ ਦੇ ਹੱਕਦਾਰ ਹੋ ਤੇ ਲੋਕ ਜਾਗਰੂਕ ਵੀ ਹੋ ਰਹੇ ਨੇ। ਪਰ ਜਿਸ ਤਰੀਕੇ ਦੇ ਨਾਲ ਯੂਪੀ ਵਾਲੇ ਲੋਕ ਜਾਗਰੂਕ ਹੋਏ ਨੇ, ਮੈਨੂੰ ਤਰੀਕਾ ਚੰਗਾ ਲੱਗਿਆ ਵੈਸੇ, ਕਿਉਂਕਿ ਹਰ ਰੋਜ਼ ਸੜਕਾਂ ਦੇ ਉੱਪਰ ਅਸੀਂ ਤੁਸੀਂ ਬਹੁਤ ਕੁਝ ਸਹਿਨੇ ਆ, ਕਦੀ ਪਾਣੀ ਦੇ ਭਰੇ ਹੋਏ ਟੋਏ, ਕਦੀ ਕਿਤੇ ਚਿੱਕੜ, ਕਦੀ ਕਿਤੇ ਕੁਛ ਤੇ ਕਦੀ ਕਿਤੇ ਕੁਛ। ਮੰਤਰੀਆਂ ਨੂੰ ਵੀ ਥੋੜਾ ਪਤਾ ਲੱਗਣਾ ਚਾਹੀਦਾ ਵੀ ਸਾਡਾ ਕੀ ਹੈ। ਇੱਕ ਦੋਸਤ ਆ, ਉਹ ਕਹਿੰਦਾ ਜੀ ਕਿ ਮੈਂ ਸਾਲ ਦੇ ਵਿੱਚ 20-22 ਲੱਖ ਰੁਪਏ ਟੈਕਸ ਭਰਦਾ। ਉਹਦਾ ਵੱਡਾ ਕਾਰੋਬਾਰ ਆ, 20-22 ਲੱਖ ਟੈਕਸ ਭਰਦਾ। ਪਰ ਕਹਿੰਦਾ ਵੀ ਮੈਂ ਪੁੱਛਾਂ ਕਿਹਨੂੰ ਕਿ ਮੇਰਾ 20-22 ਲੱਖ ਰੁਪਈਆ ਕਿੱਥੇ ਗਿਆ? ਮੇਰੇ ਗੇਟ ਦੇ ਵਿੱਚ ਤਾਂ ਟੋਏ ਪਏ ਆ, ਜਦੋਂ ਮੈਂ ਥੋੜਾ ਜਿਹਾ ਅੱਗੇ ਜਾਣਾ ਮੈਨੂੰ ਅਵਾਰਾ ਪਸ਼ੂ ਨਾ ਮਾਰ ਦੇਣ। ਇਹ ਬਾਕੀ ਲੋਕਾਂ ਦੇ ਨਾਲ ਵੀ ਇਦਾਂ ਹੁੰਦਾ। ਇਹ ਕਿੱਥੇ ਪੁੱਛਿਆ ਜਾਵੇ ਵੀ ਭਾਈ ਸਾਡੇ ਕੰਮ ਕਿਹੜੀ ਗੱਲੋਂ ਨਹੀਂ ਹੁੰਦੇ? ਜੇਕਰ ਸਾਡੇ ਮੁਹੱਲੇ ਦੇ ਵਿੱਚ ਲਾਈਟ ਖਰਾਬ ਹੋ ਗਈ, ਸਟਰੀਟ ਲਾਈਟ ਖਰਾਬ ਹੋ ਗਈ, ਅਸੀਂ ਕਿਹਨੂੰ ਕਹੀਏ ਮੇਰੇ 20-22 ਲੱਖ ਰੁਪਏ ਦਾ ਮੈਨੂੰ ਹਿਸਾਬ ਤਾਂ ਦੇ ਦਿਓ ਵੀ ਭਾਈ ਤੁਹਾਡੇ ਦਿੱਤੇ ਹੋਏ ਪੈਸੇ ਅਸੀਂ ਇਸ ਕੰਮ ਦੇ ਉੱਤੇ ਲਾਏ ਆ। ਉਹ ਕਹਿੰਦਾ ਜਦੋਂ ਮੈਂ ਗੱਡੀ ਲੈਣਾ ਉਦੋਂ ਮੈਂ ਰੋਡ ਟੈਕਸ ਦਿੰਨਾ, ਜਦੋਂ ਮੈਂ ਲੰਘਦਾ ਕਿਤੋਂ ਹਾਈਵੇ ਦੇ ਉੱਤੋਂ ਉਦੋਂ ਮੈਂ ਟੋਲ ਟੈਕਸ ਦਿੰਨਾ, ਜਦੋਂ ਮੈਂ 1 ਸਾਲ ਹੋ ਜਾਂਦਾ ਉਦੋਂ ਮੈਂ ਇਨਕਮ ਟੈਕਸ ਦਿੰਨਾ। ਤੇ ਮੇਰਾ ਕਸੂਰ ਕੀ ਆ? ਮੈਨੂੰ ਕਦੇ ਇਹ ਤਾਂ ਦੱਸ ਦਿਓ ਵੀ ਭਾਈ ਤੁਹਾਡੇ ਲਈ ਅਸੀਂ ਆਹ ਹੱਲ ਕਰਤਾ। ਜੇ ਤੁਹਾਡਾ ਕਦੇ ਕੋਈ ਮਸਲਾ ਉਲਝ ਜੇ ਫਿਰ ਸਰਕਾਰ ਇਸ ਥਾਂ ਤੇ ਖੜੀ ਆ। ਤੁਸੀਂ ਟੈਕਸ ਦਿੰਦੇ ਹੋ, ਇਸ ਕਰਕੇ ਜੇਕਰ ਤੁਹਾਡਾ ਕੰਮ ਡੁੱਬ ਜੇ ਫਿਰ ਅਸੀਂ ਤੁਹਾਡੇ ਨਾਲ ਤਾਂ ਖੜੇ ਆ ਵੀ ਚਾਰੇ ਪਾਸੇ ਵਡਾਂਗਾ ਕਰਨ ਤੇ ਤੁਲੇ ਹੋਏ ਸਾਰੇ। ਬਿਲਕੁਲ ਸਹੀ ਹੈ। ਔਰ ਹੁਣ ਯੂਪੀ ਦੇ ਵਿੱਚ ਕੀ ਹੋਇਆ ਟਾਣਾ ਸਾਹਿਬ, ਉੱਥੇ ਜਲ ਸ਼ਕਤੀ ਰਾਜ ਮੰਤਰੀ ਹੈ ਬਲਦੇਵ ਔਲਖ, ਕਹਿੰਦੇ ਕਿ ਲੋਕੀ ਬਹੁਤ ਪਰੇਸ਼ਾਨ ਸੀ ਇਲਾਕੇ ਦੀਆਂ ਸਮੱਸਿਆਵਾਂ ਤੋਂ, ਤੇ ਜਦੋਂ ਭਾਈ ਸਾਹਿਬ ਆਏ ਨੇ ਫਿਰ ਲੋਕਾਂ ਨੇ ਚਿੱਕੜ ਦੇ ਵਿੱਚ ਹੀ ਤੋਰਿਆ ਵੀ ਤੁਰ ਕੇ ਵੇਖੋ। ਦੇਖੋ ਅਸਲ ਦੇ ਵਿੱਚ ਇਹ ਨਾ ਇੱਥੇ ਆਕਸੀਜਨ ਸਿਲੰਡਰ ਭਰਨ ਦਾ ਇੱਕ ਗੋਦਾਮ ਆ, ਉਹਦਾ ਉਦਘਾਟਨ ਕਰਨ ਦੇ ਲਈ ਗਏ ਸੀਗੇ। ਉੱਥੇ ਸੜਕਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਲੋਕਾਂ ਨੇ ਇਹਨਾਂ ਨੂੰ ਕਿਹਾ ਜੀ ਵੀ ਕਾਰ ਦੇ ਵਿੱਚੋਂ ਉਤਰੋ। ਆਪਦੀ ਵੱਡੀ ਜਿਹੜੀ ਆਈ ਹੈ ਨਾ ਤੁਹਾਡੀ ਕਾਰ, ਇਹ ਲਗਜ਼ਰੀ ਕਾਰ ਜਿਹਨੂੰ ਕਹਿੰਦੇ ਆ, ਲੱਖਾਂ ਰੁਪਏ ਵਾਲੀ, ਇਹਦੇ ਵਿੱਚੋਂ ਉਤਰੋ। ਗਾਂ ਸੜਕ ਤੁਹਾਡੇ ਵੱਲੋਂ ਬਣਾਈ ਨਹੀਂ ਗਈ, ਇੱਥੇ ਗੋਡੇ ਗੋਡੇ ਚਿੱਕੜ ਆ, ਤੁਹਾਡੀ ਕਾਰ ਖੁੱਬ ਗਈ, ਧੱਕਾ ਅਸੀਂ ਵੀ ਨਹੀਂ ਲਾਉਣਾਗਾ। ਫਿਰ ਜਨਾਬ ਜੀ ਨਾ ਉਤਰ ਕੇ ਤੇ ਚਿੱਕੜ ਦੇ ਵਿੱਚ ਦੀ ਨਿਕਲੇ ਆ ਤੇ ਸਮਾਗਮ ਤੇ ਪਹੁੰਚੇ ਤੇ ਸਟੇਜ ਦੇ ਉੱਤੇ ਖੜ ਕੇ, ਮੰਚ ਦੇ ਉੱਤੇ ਖੜ ਕੇ ਆਪਣੇ ਅਧਿਕਾਰੀਆਂ ਨੂੰ ਝਾੜ ਪਾਈ ਆ। ਅੱਛਾ ਜੀ, ਵੀ ਤੁਸੀਂ ਕੰਮ ਨਹੀਂ ਕਰਦੇ, ਤੁਹਾਨੂੰ ਅਸੀਂ ਕਿੰਨੀ ਵਾਰ ਕਹਿੰਦੇ ਆ ਜਨਾਬ ਜੀ ਆਪ ਜੀ ਦੇ ਜੇਕਰ ਮਾੜੇ ਮੋਟੇ ਪਹੁੰਚੇ ਲਿਬੜ ਗਏ ਤੇ ਫਿਰ ਤਾਂ ਤੁਸੀਂ ਗੁੱਸੇ 'ਚ ਆ ਗਏ, ਝਾੜਾਂ ਪਾਉਨੇ ਹੋ। ਤੇ ਲੋਕ ਤਾਂ ਹਰ ਰੋਜ਼ ਇੱਥੋਂ ਦੇ ਲੰਘਦੇ ਆ ਜੀ, ਤੇ ਉਹਨਾਂ ਦਾ ਕਸੂਰ ਕੀ ਹੈ? ਉਹ ਇਸ ਮੁਲਕ ਦੇ ਬਛਿੰਦੇ ਨੇ। ਗੱਲ ਇਹ ਹੈ ਟਾਣਾ ਸਾਹਿਬ, ਜਦੋਂ ਆਪਣੇ ਉੱਪਰ ਬੀਤਦੀ ਹੈ ਨਾ ਉਦੋਂ ਹੀ ਪਤਾ ਲੱਗਦਾ ਹੈ, ਉਦਾਂ ਨਹੀਂ ਪਤਾ ਲੱਗਦਾ ਵੀ ਕੀ ਕੁਝ ਹੋ ਰਿਹਾ ਹੈ। ਉਹ ਵੀ ਜੇਕਰ ਮੰਤਰੀ ਸਾਹਿਬ ਮਹਿੰਗੀ ਗੱਡੀ 'ਚ ਹੀ ਲੰਘ ਜਾਂਦੇ ਤਾਂ ਸ਼ਾਇਦ ਵੀ ਨਾ ਅਹਿਸਾਸ ਹੁੰਦਾ ਵੀ ਪਤਾ ਨਹੀਂ ਵੈਸੇ ਹੀ ਹੋ ਗਿਆ ਹੋਣਾ। ਇਹ ਤਾਂ ਲੋਕਾਂ ਦੇ ਸ਼ਾਬਾਸ਼ ਹੈ ਜਿਨ੍ਹਾਂ ਨੇ ਤੋੜ ਕੇ ਕੱਢਿਆ, ਉੱਥੋਂ ਵੀ ਇਹਨਾਂ ਨੂੰ ਪਤਾ ਲੱਗੇ ਵੀ ਕਿਹੜੇ ਹਾਲਾਤਾਂ 'ਚ ਅਸੀਂ ਰਹਿੰਦੇ ਆ। ਮੈਂ ਨਾ ਇੱਕ ਦਿਨ ਆਪਦੇ ਦੋਸਤ ਨਾਲ ਗੱਲਾਂ ਕਰਨ ਲੱਗ ਗਿਆ। ਉਹ ਮੈਨੂੰ ਕਹਿੰਦਾ ਵੀ ਯਾਰ ਇਹਨਾਂ ਮੰਤਰੀਆਂ ਨੂੰ ਪਤਾ ਨਹੀਂ ਕਿਉਂ ਨਹੀਂ ਲੱਗਦਾ ਵੀ ਐਡੇ ਐਡੇ ਡੂੰਘੇ ਟੋਏ ਆ, ਐਡੀਆਂ ਐਡੀਆਂ ਉਖਲੀਆਂ ਬਣੀਆਂ ਵੀ ਬੰਦਾ ਮਰ ਸਕਦਾ ਜੇ ਉਹ ਧੌਣ ਪਰਨੇ ਡਿੱਗ ਪਏ। ਇਹਨਾਂ ਦੀਆਂ ਗੱਡੀਆਂ ਇੱਥੋਂ ਦੀਆਂ ਲੰਘਦੀਆਂ, ਪਤਾ ਨਹੀਂ ਇਹਨਾਂ ਨੂੰ ਸ਼ਰਮ ਕਿਉਂ ਨਹੀਂ ਗਈ। ਮੈਂ ਕਿਹਾ ਇਹਨਾਂ ਦੀਆਂ ਗੱਡੀਆਂ ਹੈਗੀਆਂ ਮਹਿੰਗੀਆਂ, ਸ਼ਾਕਰ ਹੈਗੇ ਵਧੀਆ, ਇਹ ਤਾਂ ਝੂਟੇ ਮਾਟੇ ਕਰਦੇ ਜਾਂਦੇ ਆ, ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਕਹਿੰਦੇ ਮਜ਼ਾ ਆ ਰਿਹਾ ਜੀ। ਇਹ ਸਾਡੀਆਂ ਕਾਰਾਂ ਹੀ ਇਦਾਂ ਦੀਆਂ, ਇਹਨਾਂ ਨੂੰ ਕਦੇ ਸਾਈਕਲ ਤੇ ਜਾਣਾ ਪਵੇ, ਇਹ ਕਦੇ ਮੋਟਰਸਾਈਕਲ ਤੇ ਗਏ ਹੋਣ, ਇਹ ਕਿਸੇ ਸਧਾਰਨ ਕਾਰ ਤੇ ਗਏ ਹੋਣ, ਪਤਾ ਲੱਗੇ ਵੀ ਇਹਨਾਂ ਦੀਆਂ ਵੱਖੀਆਂ ਕਿਵੇਂ ਚੜ੍ਹਦੀਆਂ। ਇਹਨਾਂ ਨੂੰ ਅਹਿਸਾਸ ਹੀ ਨਹੀਂ ਇਹਨਾਂ ਗੱਲਾਂ ਦਾ। ਬਿਲਕੁਲ ਸਹੀ ਹੈ। ਅੱਧਿਓਂ ਵੱਧ ਲੋਕਾਂ ਦੇ ਨੂੰ ਰੀੜ੍ਹ ਦੀ ਹੱਡੀ ਦੀ ਸਮੱਸਿਆ ਪੈਦਾ ਹੋ ਗਈ ਇਹਨਾਂ ਟੋਇਆਂ ਦਾ ਕਰਕੇ, ਪਰ ਮੰਤਰੀ ਹੋਰੀ ਕੀ ਜਾਣਨ। ਬਿਲਕੁਲ ਟਾਣਾ ਸਾਹਿਬ, ਹੁਣ ਥੋੜੀ ਜਿਹੀ ਝਾਤ ਪੰਜਾਬ ਦੀ ਰਾਜਨੀਤੀ ਵੱਲ ਵੀ ਪਾ ਲਈ ਜੀ। ਇਸ ਵੇਲੇ ਪੰਜਾਬ ਦੀ ਸਿਆਸਤ ਸਮਝ ਨਹੀਂ ਆ ਰਹੀ ਕਿੱਧਰ ਨੂੰ ਜਾ ਰਹੀ ਹੈ, ਕਿਉਂਕਿ ਜੇਕਰ ਸੱਤਾ ਧਿਰ ਪਾਰਟੀ ਦੀ ਗੱਲ ਕਰੀਏ, ਸਿੱਧੂ ਸਾਹਿਬ ਹਜੇ ਵੀ ਖੁਸ਼ ਨਹੀਂ ਨਜ਼ਰ ਆ ਰਹੇ। ਮੈਂ ਤਾਂ ਖੁਦ ਹੈਰਾਨ ਹੋ ਗਿਆ ਜੀ। ਅੰਮ੍ਰਿਤਸਰ ਦੇ ਵਿੱਚ ਵਪਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਆ। ਉਹ ਕਹਿੰਦੇ ਜੇਕਰ ਮੈਨੂੰ ਫੈਸਲੇ ਲੈਣ ਦਾ ਅਧਿਕਾਰ ਨਾ ਮਿਲਿਆ ਮੈਂ ਇੱਟ ਨਾਲ ਇੱਟ ਖੜਕਾ ਦੂੰ। ਜਦੋਂ ਪੈ ਗਿਆ ਰੌਲਾ ਇਸ ਗੱਲ ਦਾ ਵੀ ਭਾਈ ਇਹ ਹਾਈ ਕਮਾਨ ਨੂੰ ਹੋ ਗਏ ਸਿੱਧੇ, ਹੁਣ ਬਾਅਦ ਦੇ ਵਿੱਚ ਪਤਾ ਲੱਗਾ ਨਹੀਂ ਇਹ ਤਾਂ ਹਰੀਸ਼ ਰਾਵਤ ਨੂੰ ਕਹਿੰਦੇ ਆ। ਉਹ ਹਰੀਸ਼ ਰਾਵਤ ਜਿਹੜੇ ਕਿ ਚੌਥੇ ਦਿਨ ਇਹਨਾਂ ਨੂੰ ਮਨਾਉਣ ਦੇ ਲਈ ਪੰਜਾਬ ਦੇ ਵਿੱਚ ਆਉਂਦੇ ਸੀ, ਇਹਨਾਂ ਦੇ ਘਰੇ ਜਾਂਦੇ ਸੀ, ਜਿਹੜੇ ਘਰੇ ਜਾ ਕੇ ਪ੍ਰਸ਼ਾਦਾ ਛਕਦੇ ਸੀ ਵੀ ਭਾਈ ਆਜੋ ਆਪਾਂ ਤੁਹਾਡੇ ਘਰ ਦੇ ਵਿੱਚ ਬੈਠ ਕੇ ਚਾਹ ਪਾਣੀ ਤੇ ਗੱਲਾਂ ਕਰਦੇ ਆ। ਕਦੇ ਉਹ ਕਿਸੇ ਪਾਸੇ ਜਾਂਦੇ ਸੀ, ਕਦੇ ਕਿਸੇ ਪਾਸੇ ਜਾਂਦੇ ਸੀ। ਹੁਣ ਸਿੱਧੂ ਸਾਹਿਬ ਉਹਨਾਂ ਨੂੰ ਪੈ ਨਿਕਲੇ ਆ। ਜਿਵੇਂ ਕਿ ਖਬਰਾਂ ਆਈਆਂ, ਕਹਿੰਦੇ ਵੀ ਉਹਨਾਂ ਨੇ ਹਾਈ ਕਮਾਨ ਦੇ ਬਾਰੇ ਕੁਝ ਨਹੀਂ ਕਿਹਾ, ਉਹਨਾਂ ਨੇ ਤਾਂ ਸਿਰਫ ਤੇ ਸਿਰਫ ਹਰੀਸ਼ ਰਾਵਤ ਬਾਰੇ ਕਿਹਾ ਵੀ ਹਰੀਸ਼ ਰਾਵਤ ਨੇ ਆਪਣੇ ਵੱਲੋਂ ਕਿਵੇਂ ਕਹਿਤਾ ਵੀ 2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ 'ਚ ਲੜਾਂਗੇ।
ਇਹ ਤਾਂ ਪਹਿਲਾਂ ਕਿਹਾ ਸੀ ਜਦੋਂ ਮਲਕਾਰਜਨ ਖੜਗੇ ਦੀ ਕਮੇਟੀ ਨੂੰ ਮਿਲੇ ਸੀ, ਉਦੋਂ ਕਿਹਾ ਸੀਗਾ ਜੀ ਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਅਗਵਾਈ 'ਚ ਲੜਾਂਗੇ, ਤੇ ਹੁਣ ਫੇਰ ਕੈਪਟਨ ਦੀ ਅਗਵਾਈ 'ਚ। ਤੇ ਉਧਰੋਂ ਇਹ ਵੀ ਪਤਾ ਲੱਗਾ ਵੀ ਜਿਹੜੇ ਹਰੀਸ਼ ਰਾਵਤ ਆ ਨਾ, ਉਹ ਤਪੇ ਪਏ ਆ ਜੀ। ਉਹ ਜਿਵੇਂ ਨਾ ਸ਼ਿਕਾਇਤੀ ਨਿਆਣੇ ਹੁੰਦੇ ਆ ਸਕੂਲਾਂ ਦੇ ਵਿੱਚ, ਉਹ ਜਦੋਂ ਆਪਣੇ ਵੇਲੇ ਵੀ ਸੀ, ਮਾਸਟਰ ਜੀ ਮੇਰੇ ਪ੍ਰਕਾਰ ਮਾਰੀਏ ਨੇ, ਮਾਸਟਰ ਜੀ ਮੇਰੇ ਪੈਨਸਲ ਲੈ ਗਿਆ ਮੇਰੀ, ਮਾਸਟਰ ਜੀ ਮੇਰੀ ਦਵਾਤ ਚੋਂ ਟੋਬਾ ਲਾ ਗਿਆ, ਇਹਨੇ ਮੇਰੀ ਕਾਪੀ ਪਾੜਤੀ ਜੀ, ਮੇਰੀ ਰੋਟੀ ਖਾ ਗਿਆ ਜੀ, ਇਹਨੇ ਦੇਖੋ ਜੀ ਬੋਰੀ ਖਿੱਚ ਲਈ ਮੇਰੀ, ਮੇਰਾ ਝੋਲਾ ਲੈ ਗਿਆ ਖਿੱਚ ਕੇ, ਆ ਮੇਰੀ ਤਲੀ ਤੋੜਤੀ। ਉਹ ਮਾਸਟਰ ਕਹਿੰਦਾ ਸੀ ਯਾਰ ਮੈਨੂੰ ਕਿਉਂ ਕਮਲਾ ਕੀਤਾ, ਤੁਹਾਡੇ ਮਸਲੇ ਤਾਂ ਨਿਬੜਦੇ ਹੀ ਨਹੀਂ, ਪਹਿਲਾਂ ਇੱਧਰਲਾ ਫਿਰ ਉਧਰਲਾ ਸ਼ਿਕਾਇਤਾਂ ਹੀ ਸ਼ਿਕਾਇਤਾਂ ਲਈ ਆਉਂਦਾ ਸੀ। ਉਹ ਹਰੀਸ਼ ਰਾਵਤ ਹੋਰੀ ਕਹਿੰਦੇ ਵੀ ਮੇਰੇ ਜੁੜੇ ਹੱਥ, ਤੁਹਾਡੇ ਕੋਲੇ ਸ਼ਿਕਾਇਤਾਂ ਤੋਂ ਬਿਨਾ ਹੋਰ ਕੁਝ ਨਹੀਂ। ਇੱਕ ਨੂੰ ਮਾੜਾ ਜਿਹਾ ਕਹਿਣਾ ਵੀ ਕੋਈ ਬਾਤ ਨਹੀਂ ਆਪਕੇ ਸਾਥ ਹੈ, ਦੂਜਾ ਕਹਿੰਦਾ ਮੇਰੇ ਨਾਲ ਕਿਉਂ ਨਹੀਂਗਾ, ਫਿਰ ਦੂਜੇ ਨੂੰ ਕਹਿੰਦਾ ਆਪਕੇ ਵੀ ਸਾਥ, ਅੱਛਾ ਦੋਵਾਂ ਦੇ ਨਾਲ ਹੀ ਹੁਣ। ਇਸ ਕਰਕੇ ਉਹ ਕਹਿੰਦਾ ਵੀ ਮੈਂ ਤਾਂ ਚੱਲਿਆ, ਮੇਰੀ ਮਿਹਨਤ ਆ ਵੀ ਮੈਨੂੰ ਉੱਤਰਾਖੰਡ ਹੀ ਠੀਕ ਆ, ਤੁਸੀਂ ਭਾਈ ਆਪਦੀ ਪੰਜਾਬ ਦੀ ਇੰਚਾਰਜ ਕਿਸੇ ਹੋਰ ਨੂੰ ਦੇ ਦਿਓ। ਦੇਖੋ ਗੱਲ ਇਹ ਹੈ ਸੱਚੀ, ਹੁਣ ਤਾਂ ਜਿਹੋ ਜਿਹੀਆਂ ਗੱਲਾਂ ਹੋਣ ਲੱਗੀਆਂ ਨਾ ਪੰਜਾਬ ਦੀ ਸਿਆਸਤ 'ਚ, ਸੱਚੀ ਇਹ ਸਾਰੇ ਸ਼ਿਕਾਇਤੀ ਬੱਚੇ ਹੀ ਲੱਗ ਰਹੇ ਨੇ। ਕੋਈ ਕਿਸੇ ਬਾਰੇ ਸ਼ਿਕਾਇਤ ਲਾਈ ਜਾਂਦਾ, ਕੋਈ ਕਿਸੇ ਬਾਰੇ ਸ਼ਿਕਾਇਤ ਲਾਈ ਜਾਂਦਾ। ਪਤਾ ਹੀ ਨਹੀਂ ਟਾਣਾ ਸਾਹਿਬ ਕਿੱਧਰ ਨੂੰ ਜਾਵਾਂਗੇ ਆਪਾਂ, ਕਿਉਂਕਿ ਆਪਾਂ ਤਾਂ ਉੱਧਰ ਹੀ ਜਾਵਾਂਗੇ ਜਿੱਧਰ ਨੂੰ ਸਿਆਸਤ ਜਾ ਰਹੀ ਹੈ। ਕੁਝ ਸਮਝ ਹੀ ਨਹੀਂ ਆ ਰਿਹਾ, ਕੋਈ ਕਿਸੇ ਨਾਲ ਉਲਝੀ ਫਿਰਦਾ ਔਰ ਕੋਈ ਕਿਸੇ ਨਾਲ, ਔਰ ਪੰਜਾਬ ਦੇ ਮੁੱਦੇ ਜਿਉਂ ਦੇ ਤਿਉਂ ਖੜੇ ਨੇ। ਤੁਸੀਂ ਇਹ ਦੱਸੋ ਮੈਨੂੰ ਵੀ ਜਿਹੜੇ ਵੀ ਲੋਕ ਇਹ ਗੱਲ ਦਾ ਸਵਾਦ ਲੈਂਦੇ ਨੇ ਵੀ ਉਹਨੇ ਉਹਨੂੰ ਠੋਕਤਾ, ਉਹਨਾਂ ਨੂੰ ਚੱਕਤਾ, ਉਹਨੇ ਮਾਂਜਤਾ, ਜਿਹੜੇ ਇਹ ਗੱਲਾਂ ਦੇ ਵਿੱਚੋਂ ਨਜ਼ਾਰੇ ਲੈਂਦੇ ਆ, ਇਹ ਦੱਸੋ ਵੀ ਜੇਕਰ ਨਵਜੋਤ ਸਿੰਘ ਸਿੱਧੂ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਤਿੱਖੇ ਵਾਰ ਕਰਦਾ ਜਾਂ ਮਜੀਠੀਆ ਸਿੱਧੂ ਦੇ ਉੱਤੇ ਕਰਦਾ, ਇਹਦੇ ਨਾਲ ਤੁਹਾਡੇ ਹਲਕੇ ਦਾ ਕਿਹੜਾ ਮਸਲਾ ਹੱਲ ਹੁੰਦਾ? ਜੀ ਜੇ ਤਾਂ ਹੁੰਦਾ ਮਸਲਾ ਹੱਲ ਤਾਂ ਫੇਰ ਤਾਂ ਜਾ ਕੇ ਪੈਰ ਫੜ ਲਈਏ ਵੀ ਥੋੜਾ ਜਿਹਾ ਹੋਰ ਕੰਮ ਖਿੱਚ ਕੇ ਰੱਖੋ, ਆ ਨਾਲ ਦੀ ਗਲੀ ਵੀ ਠੀਕ ਕਰਨੀ ਆਪਾਂ, ਆ ਨਾਲ ਦਾ ਹਲਕਾ ਵੀ ਵਧੀਆ ਬਣਨਾ ਚਾਹੀਦਾ। ਜਦੋਂ ਇਹਨਾਂ ਮੁੱਦਿਆਂ ਦੇ ਵਿੱਚੋਂ ਇਹਨਾਂ ਦੀ ਲੜਾਈ ਦੇ ਵਿੱਚੋਂ ਨਿਕਲਦਾ ਕੁਝ ਨਹੀਂ ਤੇ ਫਿਰ ਆਪਾਂ ਸਵਾਦ ਕਿਹੜੀ ਗੱਲੋਂ ਲੈਨੇ ਆ? ਆਪਾਂ ਸਵਾਦ ਲੈਨੇ ਆ, ਇਸ ਲਈ ਹੀ ਉਹ ਇਹੋ ਜਿਹੇ ਮੁੱਦੇ ਬਣਾਉਂਦੇ ਨੇ ਕਿ ਇਹਨਾਂ ਦਾ ਪੰਜਾਬ ਦੇ ਮੁੱਦਿਆਂ ਵੱਲ ਲੋਕਾਂ ਦਾ ਧਿਆਨ ਹੀ ਨਾ ਜਾਏ। ਉਹ ਇਹਨਾਂ ਗੱਲਾਂ 'ਚ ਉਲਝੇ ਰਹਿਣ ਵੀ ਕੌਣ ਕਿਹਦੇ ਨਾਲ ਲੜ ਪਿਆ, ਕੌਣ ਕਿਹਦੇ ਨਾਲ ਮੰਨ ਪਿਆ, ਕੌਣ ਕਿਹਦੇ ਨਾਲ ਤੁਰਿਆ ਫਿਰਦਾ ਹੈ। ਉਹ ਇਸੇ ਲਈ ਇਹ ਸਾਰਾ ਕੁਝ ਹੋ ਰਿਹਾ ਹੈ। ਬਿਲਕੁਲ ਸਹੀ। ਸਾਨੂੰ ਸਿਆਣੇ ਬਣਨਾ ਪਊਗਾ, ਸੋਚ ਬਦਲੋ, ਜਹਾਨ ਜ਼ਰੂਰ ਬਦਲੇਗਾ। ਬਾਕੀ ਫਿਲਹਾਲ ਚਲੀਏ ਆਪਾਂ, ਜਾਣਦਾ ਹੋ ਗਿਆ ਵੇਲਾ ਜੀ। ਪ੍ਰਤੀਕਿਰਿਆ ਆਪਣੀ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।